ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਸਤਿਕਾਰਯੋਗ ਗੁਰੂ ਸਵਾਰਿਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਭੱਟ ਸਾਹਿਬਾਨ ਦੀ ਪਾਵਨ ਰਚਨਾ ਜੋ ਗੁਰੂ ਜੋਤ ਵਿੱਚ ਉਹਨਾਂ ਨੇ ਲਿਖੀ, ਉਚਾਰੀ, ਔਰ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜ ਕੀਤਾ, ਉਹਦੀ ਸੰਥਿਆ ਅਸੀਂ ਕਰ ਰਹੇ ਹਾਂ। ਉਹਦਾ ਉਚਾਰਨ, ਉਹਦੇ ਅਰਥ ਭਾਵ, ਉਹਦੀਆਂ ਲਗਾ ਮਾਤਰਾ ਦਾ ਕਿਵੇਂ ਉਚਾਰਨ ਹੋਣਾ, ਇਹ ਸੰਥਿਆ ਸਾਨੂੰ ਕਰਾ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਸਵਈਏ ਮਹੱਲੇ ਦੂਜੇ ਕੇ ਤੋਂ ਚੌਥਾ ਸਵਈਆ ਜੋ ਅਸੀਂ 3 ਸਵਈਆਂ ਦੀ ਅਸੀਂ ਪਹਿਲਾਂ ਕਰ ਚੁੱਕੇ ਹਾਂ, 4 ਦੀ ਹੋ 4 ਚੁੱਕੀ ਹੈ ਜੀ, ਸਵਈਆਂ ਦੀ 5ਵੇਂ ਤੋਂ ਸ਼ੁਰੂ ਪਹਿਲਾਂ ਕਰ ਕਰਨੀ ਹੈ। ਚੁੱਕੇ ਹਾਂ। ਅੱਜ 5ਵੇਂ ਸਵਈਏ ਤੋਂ ਵਿਚਾਰ ਸ਼ੁਰੂ ਹੋਏਗੀ। ਦ੍ਰਿਸ਼ਟ ਧਰਮ ਤਮ ਹਰਨ ਦਹਨ ਅਗ ਪਾਪ ਪ੍ਰਨਾਸਨ ਤੋਂ ਇਹ ਵਿਚਾਰ, ਇਹ ਸੰਥਿਆ ਸਾਨੂੰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਕਰਾ ਰਹੇ ਹਨ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨੀ ਕਲਾਸ ਦੇ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ, ਸਤਿਕਾਰਯੋਗ ਗੁਰਮੁਖ ਪਿਆਰੇ ਸਰਦਾਰ ਹਰਜੀਤ ਸਿੰਘ ਜੀ, ਸਰਦਾਰ MP ਸਿੰਘ ਜੀ, ਸਰਦਾਰ ਰਾਜਾ ਸਿੰਘ ਜੀ, ਸਤਿਕਾਰਯੋਗ ਗਿਆਨੀ ਜਗੀਰ ਸਿੰਘ ਜੀ ਪਟਿਆਲੇ ਤੋਂ, ਇਹਨਾਂ ਸਾਰਿਆਂ ਨੂੰ ਅਤੇ ਸਾਰੀਆਂ ਹੀ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਸਾਡੀ ਵਿਚਾਰ ਹੈ ਉਹ ਜਿਵੇਂ ਸਤਿਕਾਰਯੋਗ ਗੁਰਮੁਖ ਪਿਆਰੇ ਸਰਦਾਰ ਹਰਜੀਤ ਸਿੰਘ ਜੀ ਹੋਰਾਂ ਨੇ ਆਪ ਜੀ ਨੂੰ ਦੱਸਿਆ ਹੀ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਗੁਰਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਪਟੰਜ ਦੇ ਮੁਖਾਰਬਿੰਦ ਤੋਂ ਉਚਾਰਨ ਸਵਈਆਂ ਦੀ ਵਿਚਾਰ ਦੇ ਵਿੱਚ 5ਵੇਂ ਸਵਈਏ ਤੋਂ ਵਿਚਾਰ ਆਰੰਭ ਹੈ। ਸਭ ਤੋਂ ਪਹਿਲਾਂ ਅਸੀਂ ਇਸ ਸਵਈਏ ਦਾ ਪਾਠ ਕਰ ਲੈਂਦੇ ਹਾਂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦ੍ਰਿਸ਼ਟ ਤਰਤ ਤਮ ਹਰਨ ਦਹਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ। ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸਨ। ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਿਪਾਲਨ ਆਤਮ ਰਤ ਸੰਗਰਣੈ ਕਹਿਣ ਅੰਮ੍ਰਿਤ ਕਲ ਢਾਲਣ। ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਸਤਿਗੁਰੂ ਕਲ ਸਤਿਗੁਰੂ ਤਿਲਕ ਸਤ ਲਾਗੈ ਸੋ ਪੈ ਤਰੈ। ਗੁਰ ਜਗਤ ਫਿਰਨ ਸ਼ੀ ਸੰਗਰੋ ਅੰਗਰੋ ਰਾਜ ਜੋਗ ਲੈਣਾ ਕਰੈ। ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ। ਗੁਰ ਜਗਤ ਫਿਰਨ ਸ਼ੀ ਅੰਗਰੋ ਰਾਜ ਜੋਗ ਲੈਣਾ ਕਰੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਸਿਫਤ ਦੇ ਵਿੱਚ ਭੱਟ ਕਲਸਹਾਰ ਜੀ ਨੇ ਅੱਜ ਚੌਥੇ ਸਵਈਏ ਦੇ ਵਿੱਚ ਮਹਿਰਾਮਤ ਕੀਤੀ। ਦ੍ਰਿਸ਼ਟ ਧਰਤ ਤਮ ਹਰਨ। ਦ੍ਰਿਸ਼ਟ ਮੈਨੇ ਦ੍ਰਿਸ਼ਟੀ ਕਰਨੀ, ਦੇਖਣਾ। ਧਰਤ ਮੈਨੇ ਧਰਦਿਆਂ ਸਾਰ ਹੀ। ਤਮ ਹਰਨ, ਹੁਣ ਇੱਥੇ ਭੱਟ ਕਲਸਹਾਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਿਫਤ ਕਰ ਰਹੇ ਨੇ। ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਜਦੋਂ ਤੁਸੀਂ ਕਿਸੇ ਵੱਲ ਦ੍ਰਿਸ਼ਟੀ ਕਰਦੇ ਹੋ, ਉਹਦੇ ਅਗਿਆਨਤਾ ਦੇ ਹਨੇਰੇ ਨੂੰ ਤੁਸੀਂ ਦੂਰ ਕਰ ਦਿੰਦੇ ਹੋ। ਅਸੀਂ ਸੁਖਮਨੀ ਸਾਹਿਬ ਚ ਵੀ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਰਸੀ। ਧਰਮੀ ਮਨੁੱਖ ਦੀਆਂ ਅੱਖਾਂ ਵਿੱਚੋਂ ਅੰਮ੍ਰਿਤ ਵਰਸਦਾ ਹੈ, ਤੇ ਜਦੋਂ ਅੰਮ੍ਰਿਤ ਕਿਸੇ ਮਨੁੱਖ ਤੇ ਪੈਂਦਾ ਹੈ ਤੇ ਕੀ ਹੁੰਦਾ ਹੈ? ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਉਹ ਸ਼ਾਂਤ ਹੋ ਜਾਂਦਾ ਹੈ। ਹੁਣ ਇੱਥੇ ਦ੍ਰਿਸ਼ਟੀ ਦਾ ਭਾਵ ਇਹ ਨਹੀਂ ਵੀ ਇਕੱਲਾ ਅੱਖਾਂ ਨਾਲ ਦੇਖਣਾ। ਦ੍ਰਿਸ਼ਟੀ ਦਾ ਭਾਵ ਮਿਹਰ ਦੀ ਨਜ਼ਰ, ਤੇ ਗੁਰੂ ਦੀ ਮਿਹਰ ਦੀ ਨਜ਼ਰ ਕਿਹੜੀ ਹੈ? ਹੁਣ ਅੱਜ ਕੋਈ ਸਵਾਲ ਕਰੇ ਕਿ ਭੱਟ ਕਲਸਹਾਰ ਜੀ ਕਹਿ ਰਹੇ ਨੇ ਦ੍ਰਿਸ਼ਟ ਧਰਤ ਤਮ ਹਰਨ, ਕਿ ਇਹ ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਕਿਸੇ ਵੱਲ ਦੇਖਦੇ ਹੋ, ਦ੍ਰਿਸ਼ਟੀ ਕਰਦੇ ਹੋ, ਉਹਦੇ ਵੱਲ ਦੇਖਦਿਆਂ ਸਾਰ ਹੀ ਉਹਦੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦਿੰਦੇ ਹੋ। ਅੱਜ ਸਾਡਾ ਕੀ ਬਣੇਗਾ? ਸਰੀਰਕ ਤੌਰ ਤੇ ਤੁਸੀਂ ਸਾਡੇ ਕੋਲ ਨਹੀਂ ਹੋ, ਅੱਜ ਸਾਡੇ ਤੇ ਤੁਹਾਡੀ ਦ੍ਰਿਸ਼ਟੀ ਕਿਵੇਂ ਹੋਏਗੀ? ਜੇਕਰ ਕੇਵਲ ਬਾਹਰੋਂ ਅੱਖਾਂ ਨਾਲ ਦੇਖਣ ਨਾਲ ਹੀ ਅਗਿਆਨਤਾ ਕੱਟੀ ਜਾਂਦੀ
ਤੇ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੂਤਨਾ ਕਿਹਾ, ਬੇਤਾਲਾ ਕਿਹਾ, ਕੁਰਾਇਆ ਕਿਹਾ। ਉਹਨਾਂ ਦਾ ਅਸੀਂ ਕੀ ਕਰਾਂਗੇ ਜਿਨ੍ਹਾਂ ਨੇ ਪੰਚਮ ਪਾਤਸ਼ਾਹ ਜੀ ਨੂੰ ਤਪਤੀ ਤਵੀ ਤੇ ਬਿਠਾਇਆ, ਉਬਲ ਦੀ ਦੇਗ 'ਚ ਉਬਾਲੇ ਦਵਾਏ। ਉਹਨਾਂ ਦਾ ਕੀ ਕਰਾਂਗੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨਾਲ ਜੰਗਾਂ ਕੀਤੀਆਂ। ਸਤਿਗੁਰੂ ਨੇ ਤੇ ਉਹਨਾਂ ਨੂੰ ਵੀ ਦੇਖਿਆ ਸੀ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੰਗਾਂ ਕੀਤੀਆਂ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵੀ ਦੇਖਿਆ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਜ਼ਾਲਮਾਂ ਨੂੰ ਵੀ ਦੇਖਿਆ। ਇੱਥੇ ਦ੍ਰਿਸ਼ਟ ਧਰਤ ਦਾ ਮਤਲਬ ਇਹ ਨਹੀਂ ਸਿਰਫ ਬਾਹਰੋਂ ਅੱਖਾਂ ਨਾਲ ਦੇਖਣਾ। ਇੱਥੇ ਦ੍ਰਿਸ਼ਟ ਧਰਤ ਦਾ ਭਾਵ ਮਿਹਰ ਦੀ ਨਜ਼ਰ ਕਰਨੀ। ਤੇ ਗੁਰੂ ਦੀ ਮਿਹਰ ਕੀ ਹੈ? ਗੁਰੂ ਦੀ ਮਿਹਰ ਹੈ ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਨੂੰ ਗੁਰੂ ਦੀ ਕਿਰਪਾ ਕਿਹਾ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜਾ ਸਪਸ਼ਟ ਕੀਤਾ ਗੁਰੂ ਦੀ ਕਿਰਪਾ ਕੀ ਹੈ। ਅਸੀਂ ਆਮ ਤੌਰ ਤੇ ਕਿਰਪਾ ਦੇ ਅਰਥ ਬੜੇ ਸੰਖੇਪ ਚ, ਬੜੇ ਤੁੱਛ ਅਰਥਾਂ ਚ ਲੈ ਲੈਂਦੇ ਹਾਂ। ਕਾਰ ਮਿਲ ਗਈ ਜੀ, ਗੁਰੂ ਦੀ ਕਿਰਪਾ ਹੋ ਗਈ। ਕੋਠੀ ਮਿਲ ਗਈ, ਕਿਰਪਾ ਹੋ ਗਈ। ਨਹੀਂ, ਕਿਰਪਾ ਦਾ ਮਤਲਬ ਗੁਰੂ ਦਾ ਗਿਆਨ ਮਿਲ ਜਾਣਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਗੁਰੂ ਕਿਰਪਾ ਕਰਦਾ ਹੈ। ਕਿਵੇਂ ਕਰਦਾ ਹੈ? ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਗਿਆਨ ਦਾ ਸੁਰਮਾ ਅੱਖਾਂ ਚ ਪਾ ਦਿੰਦਾ ਹੈ, ਉਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਦਾ ਕੰਮ ਹੀ ਗਿਆਨ ਦੇਣਾ। ਕਰ ਕਿਰਪਾ, ਜਦੋਂ ਗੁਰੂ ਨੇ ਕਿਰਪਾ ਕੀਤੀ, ਕੀ ਕੀਤਾ? ਪਾਪ ਕੱਟ ਕੇ ਗਿਆਨ ਦੇ ਦਿੱਤਾ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦੇ ਅੰਦਰੋਂ ਅਟੈਚਮੈਂਟ, ਮੋਹ ਖਤਮ ਹੋ ਜਾਂਦਾ ਹੈ। ਇਹ ਅਗਲੀ ਤੁਕ ਬੜੀ ਪਿਆਰੀ, ਤਿਨਕਾ ਸ਼ਬਦ ਸੱਚਾ ਸਵਾਰਿਆ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਉਹਨਾਂ ਮਨੁੱਖਾਂ ਦਾ ਸ਼ਬਦ ਮੈਨੇ ਬੋਲ ਬਾਣੀ ਸੱਚਾ ਸਵਾਰਿਆ, ਮੈਨੇ ਅਕਾਲ ਪੁਰਖ ਨੇ ਸੋਹਣੀ ਕਰ ਦਿੱਤੀ। ਭਾਵ ਉਹਨਾਂ ਦੀ ਬੋਲ ਬਾਣੀ ਮਿੱਠੀ ਹੋ ਗਈ। ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੈ ਗੁਰੂ ਦਾ ਗਿਆਨ। ਘਟ ਕਲ ਸਹਾਰਾ ਆਖਦੇ ਨੇ, ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ, ਜਦੋਂ ਦਾ ਸਾਨੂੰ ਤੁਹਾਡਾ ਗਿਆਨ ਪ੍ਰਾਪਤ ਹੋਇਆ, ਜਦੋਂ ਦਾ ਅਸੀਂ ਆਪ ਜੀ ਪਾਸੋਂ ਗਿਆਨ ਲਿਆ, ਸਾਡੇ ਸਾਰੇ ਅਗਿਆਨਤਾ ਦੇ ਹਨੇਰੇ ਦੂਰ ਹੋ ਗਏ। ਗਿਆਨ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ। ਦ੍ਰਿਸ਼ਟ ਧਰਤ, ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਗਿਆਨ ਦੀ ਦ੍ਰਿਸ਼ਟੀ ਸਾਡੇ ਤੇ ਕੀਤੀ। ਜਦੋਂ ਸਾਨੂੰ ਗਿਆਨ ਦਿੱਤਾ, ਤਮ ਹਰਨ, ਤਮ ਮੈਨੇ ਹਨੇਰਾ, ਹਰਨ ਮੈਨੇ ਤੁਹਾਡੀ ਦ੍ਰਿਸ਼ਟੀ ਹਨੇਰੇ ਨੂੰ ਦੂਰ ਕਰਨ ਵਾਲੀ ਹੈ। ਤੇ ਇੱਥੇ ਹਨੇਰੇ ਦਾ ਭਾਵ ਹੈ ਅਗਿਆਨਤਾ ਦਾ ਹਨੇਰਾ। ਹੁਣ ਭਾਵ ਅਰਥ ਲੈਣੇ ਪੈਣਗੇ। ਇੱਥੇ ਬਾਹਰੀ ਹਨੇਰੇ ਦੀ ਗੱਲ ਨਹੀਂ ਹੈ। ਜੇ ਹਨੇਰਾ ਭਾਵ ਅਰਥ ਹੈ ਅਗਿਆਨਤਾ ਦਾ ਹਨੇਰਾ, ਤੇ ਦ੍ਰਿਸ਼ਟੀ ਵੀ ਭਾਵ ਅਰਥ ਹੈ ਗੁਰੂ ਦੇ ਗਿਆਨ ਦੀ ਦ੍ਰਿਸ਼ਟੀ। ਦ੍ਰਿਸ਼ਟ ਧਰਤ ਤਮ ਹਰਨ, ਦਹਿਨ ਅਗ, ਅਗਿਆਨਤਾ ਦੇ ਹਨੇਰੇ ਦੂਰ ਕਰ ਦਿੰਦਾ ਹੈ। ਤਮ ਬਹੁਵਚਨ, ਹਰਨ ਮੈਨੇ ਦੂਰ ਕਰ ਦਿੰਦਾ ਹੈ। ਦਹਿਨ ਅਗ, ਅਗ ਵੀ ਬਹੁਵਚਨ ਹੈ। ਅਗ ਮੈਨੇ ਪਾਪ, ਮੈਨੇ ਬਹੁਤੇ ਪਾਪ, ਇਸ ਕਰਕੇ ਕੱਗੇ ਨੂੰ ਔਂਕੜ ਨਹੀਂ ਆਈ। ਦਹਿਨ ਮੈਨੇ ਸਾੜ ਦੇਣਾ, ਤੂੰ ਪਾਪਾਂ ਨੂੰ ਸਾੜ ਦੇਣ ਵਾਲਾ ਹੈ। ਪਾਪ ਪ੍ਰਨਾਸ਼ਨ, ਪਾਪ ਦੇ ਵੀ ਪੱਪੇ ਨੂੰ ਔਂਕੜ ਨਹੀਂ ਆਈ। ਇਹਦਾ ਮਤਲਬ ਬਹੁਤਿਆ ਪਾਪਾਂ ਨੂੰ, ਪ੍ਰਨਾਸ਼ਨ ਮੈਨੇ ਤੂੰ ਨਾਸ਼ ਕਰਨ ਵਾਲਾ ਹੈ। ਭਾਵ ਪਾਪਾਂ ਨੂੰ ਨਾਸ਼ ਕਰ ਦਿੰਦਾ, ਪਾਪਾਂ ਨੂੰ ਸਾੜ ਦਿੰਦਾ ਹੈ। ਪਾਪ ਕਰਦਿਆਂ ਅਜੇ ਸਮਾਂ ਲੱਗਦਾ ਹੈ, ਪਾਪ ਕੱਟਦਿਆਂ ਸਮਾਂ ਨਹੀਂ ਲੱਗਦਾ। ਇੱਕ ਇੱਕ ਸੁੱਕੀ ਲੱਕੜ ਇਕੱਠੀ ਕਰਕੇ ਬਾਲਣ ਇਕੱਠਾ ਕਰਦਿਆਂ 2 ਦਿਨ 4 ਦਿਨ ਮਹੀਨਾ ਲੱਗ ਗਿਆ। ਪਰ ਜਦੋਂ ਅੱਗ ਦੀ ਕੋਈ ਚਿਣਕ ਦਿਖਾਉਂਦਾ ਹੈ ਤੇ ਉਹਨੂੰ ਸੜਨ ਵਿੱਚ ਮਹੀਨਾ ਨਹੀਂ ਲੱਗਦਾ। ਕੁਝ ਮਿੰਟਾਂ ਘੜੀਆਂ ਚ ਹੀ ਸਾਰਾ ਬਾਲਣ ਸੜ ਕੇ ਸੁਆਹ ਹੋ ਜਾਂਦਾ ਹੈ। ਬਸ ਗੁਰੂ ਦਾ ਗਿਆਨ ਹੀ ਐਸਾ ਹੈ, ਮਨੁੱਖ ਨੂੰ ਪਾਪ ਕਰਦਿਆਂ 1 ਸਾਲ ਹੋ ਗਿਆ, 2 ਸਾਲ, 5 ਸਾਲ, 10 ਸਾਲ, ਜ਼ਿੰਦਗੀ ਭਰ ਦੇ ਪਾਪ ਇਕੱਠੇ ਹੋ ਗਏ। ਜੇ ਕਿਤੇ ਉਹ ਪ੍ਰਭੂ ਦੇ ਨਾਮ ਨਾਲ, ਗਿਆਨ ਨਾਲ ਜੁੜ ਜਾਏ, ਤੇ ਨਾਮ ਪਲਾਂ ਛਿਨਾਂ ਚ ਜ਼ਿੰਦਗੀ ਦੇ ਸਾਰੇ ਪਾਪ ਸੜ ਕੇ ਸੁਆਹ ਕਰ ਦਿੰਦਾ ਹੈ। ਪਾਪ ਕਰਦਿਆਂ ਸਮਾਂ ਲੱਗਦਾ ਹੈ, ਸੜਦਿਆਂ ਸਮਾਂ ਨਹੀਂ ਲੱਗਦਾ। ਔਰ ਦੁਖਿਯੰ ਅਨੇਕ ਹਤਿਯੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸਟ ਭਸਮਨ ਕਰੋਤ। ਪਾਵਕ ਮੈਨੇ ਅੱਗ, ਕਾਸਟ ਮੈਨੇ ਲੱਕੜਾਂ। ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸੁਆਹ ਕਰਦੀ ਹੈ, ਗੁਰੂ ਦਾ ਗਿਆਨ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਦਹਿਨ ਮੈਨੇ ਸੜਨਾ, ਅੱਗ ਮੈਨੇ ਪਾਪ, ਪਾਪ ਮੈਨੇ ਵੀ ਪਾਪ, ਪ੍ਰਨਾਸ਼ਨ ਮੈਨੇ ਨਾਸ਼ ਕਰਨ ਵਾਲਾ। ਦਹਿਨ ਅੱਗ, ਪਾਪ ਪ੍ਰਨਾਸ਼ਨ, ਤੇ ਪਾਪਾਂ ਨੂੰ ਦੂਰ ਕਰਨ ਵਾਲਿਆ, ਤੂੰ ਪਾਪ ਸਾੜ ਦਿੰਦਾ ਹੈ। ਅੱਗ ਦਾ ਅਰਥ ਪਾਪ ਹੈ। ਦਹਿਨ ਅੱਗ ਮੈਨੇ ਪਾਪਾਂ ਨੂੰ ਸਾੜ ਦਿੰਦਾ ਹੈ। ਤੇ ਪਾਪ ਪ੍ਰਨਾਸ਼ਨ ਮੈਨੇ, ਇਹ ਪਾਪਾਂ ਨੂੰ ਸਾੜਨ ਵਾਲੇ, ਤੂੰ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਸ਼ਬਦ ਸੂਰ ਬਲਵੰਤ, ਕਾਮ ਅਰ ਕ੍ਰੋਧ ਵਿਨਾਸ਼ਨ। ਸ਼ਬਦ ਸੂਰ, ਸ਼ਬਦ ਮੈਨੇ ਗਿਆਨ, ਗੁਰੂ ਦੀ ਬੋਲ ਬਾਣੀ, ਗੁਰੂ ਦੀ ਬਾਣੀ, ਗੁਰੂ ਦਾ ਗਿਆਨ। ਤੇ ਗੁਰੂ ਅੰਗਦ ਦੇ ਪਾਤਸ਼ਾਹ, ਜੋ ਤੁਸੀਂ ਸਾਨੂੰ ਗਿਆਨ ਦਿੰਦੇ ਹੋ, ਤੁਸੀਂ ਉਸ ਗਿਆਨ ਦੇ ਸੂਰਮੇ ਹੋ।
ਸ਼ਬਦ ਦੇ ਦੱਦੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਇੱਥੇ ਲੁਪਤ ਸੰਬੰਧਕ ਆ ਗਿਆ ਦੇ। ਸ਼ਬਦ ਦੇ ਸੂਰ ਮੈਨੇ ਸੂਰਮੇ ਹੋ, ਬਲਵੰਤ ਬਲਵਾਨ ਹੋ। हे ਸ਼ਬਦ ਦੇ ਸੂਰਮੇ, हे ਬਲਵਾਨ, ਕਾਮ ਅਰ ਕ੍ਰੋਧ ਵਿਨਾਸ਼ਨ, ਤੁਸੀਂ ਕਾਮ ਕ੍ਰੋਧ ਦਾ ਨਾਸ਼ ਕਰਨ ਵਾਲੇ ਹੋ, ਕਾਮ ਅਤੇ ਕ੍ਰੋਧ ਨੂੰ ਖਤਮ ਕਰ ਦਿੰਦੇ ਹੋ। ਇੱਥੇ ਕਾਮ ਦੇ ਮੰਮੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਨੂੰ ਸੰਬੰਧਕ ਹੀ ਆ ਗਿਆ। ਕ੍ਰੋਧ ਦੇ ਧੱਦੇ ਨੂੰ ਔਂਕੜ ਤਾਂ ਨਹੀਂ ਆਈ, ਲੁਪਤ ਸੰਬੰਧਕ ਆ ਗਿਆ ਨੂੰ। ਕਾਮ ਨੂੰ ਤੇ ਕ੍ਰੋਧ ਨੂੰ ਨਾਸ਼ ਕਰ ਦਿੰਦੇ ਹੋ, ਕਾਮ ਅਰ ਕ੍ਰੋਧ ਵਿਨਾਸ਼ਨ। ਲੋਭ ਮੋਹ ਵਸ ਕਰਨ, ਸ਼ਰਨ ਜਾਚਕ ਪ੍ਰਤਿਪਾਲਨ, ਆਤਮ ਰਤ ਸੰਗ੍ਰਹਿਣੈ, ਕਹਿਣ ਅੰਮ੍ਰਿਤ ਕਲ ਢਾਲਣ। ਆਤਮ ਰਤ ਸੰਗ੍ਰਹਿਣ, ਕਹਿਣ ਅੰਮ੍ਰਿਤ ਕਲ ਢਾਲਣ। ਲੋਭ ਮੋਹ ਵਸ ਕਰਨ, ਲੋਭ ਦੇ ਭੱਬੇ ਨੂੰ ਔਂਕੜ ਤਾਂ ਨਹੀਂ ਆਈ, ਲੁਪਤ ਸੰਬੰਧਕ ਆ ਗਿਆ ਨੂੰ। ਮੋਹ ਦੇ ਵੀ ਔਂਕੜ ਤਾਂ ਨਹੀਂ ਆਈ ਕਿਉਂਕਿ ਲੁਪਤ ਸੰਬੰਧਕ ਆ ਗਿਆ ਨੂੰ। ਲੋਭ ਨੂੰ ਤੇ ਮੋਹ ਨੂੰ ਵਸ, ਸੱਸੇ ਨੂੰ ਸਿਹਾਰੀ ਆ ਗਈ ਵਸ ਵਿੱਚ ਕਰਨ, ਭਾਵ ਤੁਸੀਂ ਲੋਭ ਨੂੰ ਤੇ ਮੋਹ ਨੂੰ ਵਸ ਵਿੱਚ ਕੀਤਾ ਹੋਇਆ ਹੈ। ਸ਼ਰਨ ਜਾਚਕ ਪ੍ਰਤਿਪਾਲਨ, ਜਿਹੜੇ ਜਾਚਕ ਨੇ ਮੈਨੇ ਮੰਗਤੇ ਨੇ, ਸ਼ਰਨ ਆਇਆ ਨੂੰ ਭਾਵ ਸ਼ਰਨ ਆਏ ਜਿਹੜੇ ਮੰਗਤਿਆਂ ਨੂੰ ਪ੍ਰਤਿਪਾਲਨ, ਤੁਸੀਂ ਪਾਲਣ ਵਾਲੇ ਹੋ। ਆਤਮ ਰਤ ਸੰਗ੍ਰਹਿਣ, ਸੰਗ੍ਰਹਿਣ ਮੈਨੇ ਇਕੱਠਾ ਕਰਨਾ। ਆਤਮ ਰਤ ਮੈਨੇ ਆਤਮਾ ਦਾ ਪ੍ਰੇਮ, ਆਤਮਿਕ ਪ੍ਰੇਮ ਦੇ ਤੁਸੀਂ ਇਕੱਠਾ ਕੀਤਾ ਹੋਇਆ ਹੈ। ਆਤਮ ਰਤ ਸੰਗ੍ਰਹਿਣ, ਕਲ ਅੰਮ੍ਰਿਤ ਕਲ ਢਾਲਣ, ਕਹਿਣ ਅੰਮ੍ਰਿਤ ਕਲ ਢਾਲਣ। ਕਹਿਣ ਮੈਨੇ ਜੋ ਤੁਸੀਂ ਕਹਿੰਦੇ ਹੋ, ਤੁਹਾਡੇ ਜਿਹੜੇ ਕਥਨ ਨੇ, ਤੁਹਾਡੇ ਜਿਹੜੇ ਬੋਲ ਨੇ, ਸ਼ਬਦ ਹੈ, ਗਿਆਨ ਹੈ, ਅੰਮ੍ਰਿਤ ਮਾਨੋ ਅੰਮ੍ਰਿਤ ਨਾਲ ਭਰਪੂਰ ਚਸ਼ਮਾ ਹੈ। ਅੰਮ੍ਰਿਤ ਦੇ ਤੱਤੇ ਨੂੰ ਔਂਕੜ ਤਾਂ ਨਹੀਂ ਆਈ, ਅੰਮ੍ਰਿਤ ਦੇ, ਅੰਮ੍ਰਿਤ ਦੇ ਕੀ ਨੇ? ਢਾਲਣ, ਢਾਲਣ ਮੈਨੇ ਪ੍ਰਵਾਹ, ਚਸ਼ਮੇ, ਅੰਮ੍ਰਿਤ ਦੇ ਚਸ਼ਮੇ ਨੇ, ਭਾਵ ਤੁਹਾਡੀ ਜ਼ੁਬਾਨ ਦੇ ਬੋਲ ਅੰਮ੍ਰਿਤ ਦੇ ਚਸ਼ਮੇ ਨੇ। ਬਾਣੀ ਉਚਰੇ ਸਾਧ ਜਨ ਕਿਉਂ ਚੱਲੇ ਚਰਣੇ, ਬਾਣੀ ਉਚਰੇ, ਬਾਣੀ ਉਚਰੇ ਸਾਧ ਜਨ ਅੰਮ੍ਰਿਉ ਚੱਲੇ ਚਰਣੇ। ਜਦੋਂ ਗੁਰੂ ਬਾਣੀ ਉਚਾਰਦਾ ਹੈ, ਅੰਮ੍ਰਿਤ ਦੇ ਝਰਨੇ ਚੜਦੇ ਨੇ ਉਸ ਗੁਰੂ ਦੀ ਜ਼ੁਬਾਨ ਤੋਂ, ਉਸ ਗੁਰੂ ਦੇ ਮੁਖਾਰਬਿੰਦ ਤੋਂ। ਕਹਿਣ ਮੈਨੇ ਤੁਹਾਡੇ ਬੋਲ ਜਿਹੜੇ ਨੇ, ਬਚਨ ਜਿਹੜੇ ਨੇ, ਬਹੁ ਵਚਨ ਨੇ ਇਹ ਕਹਿਣ, ਇਸ ਕਰਕੇ ਨਾਣੇ ਨੂੰ ਔਂਕੜ ਨਹੀਂ ਆਈ। ਅੰਮ੍ਰਿਤ ਦੇ ਤੱਤੇ ਨੂੰ ਔਂਕੜ ਤਾਂ ਨਹੀਂ ਆਈ। ਅੰਮ੍ਰਿਤ ਦੇ ਢਾਲਣ ਮੈਨੇ ਪ੍ਰਵਾਹ ਹਨ, ਚਸ਼ਮੇ ਹਨ, ਇਹ ਵੀ ਬਹੁ ਵਚਨ ਹੈਗਾ। ਕਹਿਣ ਅੰਮ੍ਰਿਤ ਕਲ, ਕਲ ਦਾ ਮਤਲਬ ਸੁੰਦਰ। ਹੁਣ ਆਤਮਿਕ ਜੀਵਨ ਦੇਣ ਵਾਲੇ ਜਿਹੜੇ ਪ੍ਰਵਾਹ ਨੇ, ਉਹਨਾਂ ਦੀ ਵਿਸ਼ੇਸ਼ਤਾ ਹੈਗੀ ਉਹ ਸੁੰਦਰ ਨੇ। ਜੇ ਢਾਲਣ ਬਹੁ ਵਚਨ ਹੈ, ਉਹਦਾ ਵਿਸ਼ੇਸ਼ਣ ਕਲ ਵੀ ਬਹੁ ਵਚਨ ਆ ਜਾਏਗਾ। ਢਾਲਣ ਚਸ਼ਮੇ ਦੇ ਔਂਕੜ ਨਹੀਂ ਆਈ ਤੇ ਅੱਗੋਂ ਵਿਸ਼ੇਸ਼ਣ ਕਲ ਦੇ ਵੀ ਔਂਕੜ ਨਹੀਂ ਆਏਗੀ, ਕਿਉਂਕਿ ਜਿਹੋ ਜਿਹਾ ਨਾਉ ਹੁੰਦਾ ਉਹੋ ਜਿਹਾ ਹੀ ਵਿਸ਼ੇਸ਼ਣ ਹੁੰਦਾ ਵੈ। हे ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਆਤਮਿਕ ਪ੍ਰੇਮ ਨੂੰ ਇਕੱਠਾ ਕੀਤਾ ਹੋਇਆ ਹੈ, ਆਤਮਾ ਦੇ ਪ੍ਰੇਮ ਇਕੱਠਾ ਕੀਤਾ, ਔਰ ਕਹਿਣ ਅੰਮ੍ਰਿਤ ਕਲ ਢਾਲਣ, ਤੁਹਾਡੀ ਜ਼ੁਬਾਨ ਦੇ ਜਿਹੜੇ ਬੋਲ ਨੇ ਮਾਨੋ ਸੁੰਦਰ ਅੰਮ੍ਰਿਤ ਦੇ ਚਸ਼ਮਿਆਂ ਦਾ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰ ਕਲ, ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਨਸ਼ੀ ਅੰਗਰੋ, ਰਾਜ ਜੋਗ ਲੈਣਾ ਕਰੈ। ਸਤਿਗੁਰੂ ਕਲ, ਸਤਿਗੁਰ ਤਿਲਕ, ਇੱਥੇ ਸਤਿਗੁਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਲੁਪਤ ਸੰਬੰਧਕ ਆ ਗਿਆ ਦਾ। ਸਤਿਗੁਰ ਦਾ ਤਿਲਕ ਭਾਵ ਸਤਿਗੁਰੂ ਦੀ ਨਿਸ਼ਾਨੀ ਕੀ ਹੈਗੀ ਹੈ ਕਿ ਉਹ ਸਤਿਗੁਰੂ ਹੈ, ਉਹ ਸੱਚਾ ਗੁਰੂ ਹੈ। हे ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੀ ਨਿਸ਼ਾਨੀ ਕੀ ਹੈ? ਤੁਹਾਡੀ ਨਿਸ਼ਾਨੀ ਕਿ ਤੁਸੀਂ ਸੱਚੇ ਗੁਰੂ ਹੋ। ਇਹ ਸਤਿਗੁਰੂ ਦਾ ਤਿਲਕ ਹੈ, ਭਾਵ ਇਹ ਸਤਿਗੁਰੂ ਦੀ ਨਿਸ਼ਾਨੀ ਹੈ। ਯਾਦ ਰੱਖਿਓ, ਗੁਰਬਾਣੀ ਵਿੱਚ ਤਿਲਕ ਸ਼ਬਦ ਜਿਹੜਾ ਹੈ ਨਾ, ਉਹ ਨਿਸ਼ਾਨੀ ਵਾਸਤੇ ਆਇਆ ਹੈ ਬੜੀਆਂ ਥਾਵਾਂ ਤੇ। ਆਮ ਤੌਰ ਤੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ, ਤਿਲਕ ਦਾ ਸ਼ਬਦ ਤੇ ਸਾਡੇ ਇਤਿਹਾਸ ਦੇ ਵਿੱਚ ਥਾਂ ਥਾਂ ਤੇ ਲਿਖਿਆ ਮਿਲਦਾ ਹੈਗਾ ਕਿ ਦੇਖੋ, ਗੁਰੂ ਸਾਹਿਬ ਨੇ ਜਦੋਂ ਗੁਰਤਾ ਗੱਦੀ ਦਿੱਤੀ, ਗੁਰਿਆਈ ਦਾ ਤਿਲਕ ਲਗਾਇਆ। ਗੁਰਿਆਈ ਦਾ ਤਿਲਕ ਬੜਾ ਸ਼ਬਦ ਆਉਂਦਾ ਵੈ। 5 ਪੈਸੇ ਤੇ ਨਰੇਲ ਰੱਖਿਆ। ਗੁਰਮਤ ਦੇ ਵਿੱਚ ਨਾ ਤੇ ਨਰੇਲ ਨੂੰ ਕੋਈ ਥਾਂ ਹੈਗੀ ਹੈ, ਨਾ ਤਿਲਕ ਨੂੰ ਕੋਈ ਥਾਂ ਹੈ। ਇਸ ਗੁਰੂ ਸਾਹਿਬ ਨੇ ਬਾਣੀ ਚ ਤਿਲਕ ਨੂੰ ਕੰਡੈਮ ਕੀਤਾ ਹੈ, ਇੱਕ ਥਾਂ ਨਹੀਂ ਬਹੁਤ ਥਾਵਾਂ ਤੇ ਕੀਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਸਾਲ ਗ੍ਰਾਮ ਵਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਜਦੋਂ ਅਸੀਂ ਪੜ੍ਹਦੇ ਹਾਂ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ, ਕਬੂ ਨਾ ਭੀਜੈ ਸੰਜਮ ਸਵਾਮੀ ਬੋਲੇ ਮਿੱਠੇ ਬੈਨ। ਰੱਬ ਨਹੀਂ ਖੁਸ਼ ਹੁੰਦਾ ਇਹਨਾਂ ਚ
पूजा वर्त तिलक इशनाना, तिलक की उत्थे गल की। गले च माला, मत्थे ते तिलक, गल माला, तिलक लिलाटंग, लिलाट कहते ने मत्थे नूं, दोए धोती वस्त्र कपाटंग, जे जानस ब्रह्मंग कर्मंग सब फोकट निश्चो कर्मंग, सारे कर्म फोकट ने, व्यर्थ ने। ये जिन्हों जरा भी धर्म कर्म का पता है उन्होंने पता है भी सारे फोकट कर्म कांड ने, सब फोकट निश्चो कर्म। फिर तिलक केड़ा आया, असीं पढ़दे हां रामदास सोढी तिलक दिया। उस तुक नूं लैके इतिहासकारां ने लिख दिता भी शायद तिलक लगांदे रहे गुरु साहब अपने तो पहले गुरु नूं, अपने तो अगले गुरु नूं तिलक लगा के गद्दी दिंदे रहे। उन्होंने तिलक का अर्थ मत्थे वाला तिलक कर दिता। यही कारण गुरबाणी वाला तिलक जो इतिहास च लिखिया गया वो मत्थे वाला तिलक बन गया। शब्द गुरबाणी चो चुकिया, व्याख्या उन्होंने वेदा पुराणा चो लै लई, सिमरतियां शास्त्रां चो लै लई, क्योंकि उन्हों का तिलक केसर का है, कुमकुम का है, मत्थे ते लाने वाले। इतिहास लिखन लग्या उन्होंने बाहरी तिलक अर्थ कर दिते। बाहरी तिलक नहीं, रामदास सोढी तिलक दिया। गुरु रामदास सोढी नूं तिलक दिता गुरु अमरदास पातशाह ने। केड़ा तिलक दिता? अगली तुक अगला अद्ध दी व्याख्या हैगी है, गुर शब्द सच निशान जियो। तिलक हुंदा मत्थे ते उपर निशानी, गुरु ने शब्द की निशानी भाई दे अंदर पा दी, भाव भाई जेठा जी की झोली च शब्द की निशानी पा दी। गुरु अमरदास पातशाह ने जो भाई जेठा की झोली में शब्द की निशानी पा दी, उन्होंने फिर भाई जेठे तो सतगुरु गुरु रामदास पातशाह जी बना दिता। आ है रामदास सोढी तिलक दिया। गुरु रामदास जी ने एक निशानी दे दी, वो निशानी केड़ी सी? गुरु शब्द सच निशान जियो। गुरु शब्द की निशानी भाव गुरबाणी का खजाना, गुरबाणी दी पोथियां भी झोली च पा दित्तियां, गुरबाणी नूं भी उन्हां दे हिरदे च सरोवर कर दिता। आ है तिलक निशानी। सतगुरु कल सतगुरु तिलक, सतगुरु दे रारे नूं औंकड़ नहीं आई। सतगुरु दा तिलक केड़ा है? सतगुरु की निशानी केड़ी है? हे गुरु अंगद देव पातशाह, तुहाडी निशानी ये है कि तुसीं सच्चे गुरु हो। गुरु अंगद देव पातशाह की निशानी है कि वह सच्चे गुरु हैं। इत्थे कल दे लल्ले नूं औंकड़ता नहीं आई, क्योंकि संबोधन है हे कल सहार, आख हे कल सहार कह कि सतगुरु गुरु अंगद देव पातशाह की निशानी हैगी है कि वह सच्चे गुरु ने। उन्होंने खूबी है, उन्होंने विशेषता है, उन्होंने तिलक है। ये सतगुरु की निशानी है कि वह सच्चे गुरु हैं। ते जिहड़े सच्चे गुरु नाल जुड़ जाते हैं की हो जाता? फिर सत लग गए सो पै तर है। फिर जिहड़े उस सच नाल जुड़ जाते हैं वो तर जाते हैं। सत लग गए, जिहड़े सच नाल जिहड़ा भी मनुख लग जाता है, लग गया इत्थे एक वचन क्रिया हैगी, इस करके लग जाता है भाव शरण विच आ जाता है, चरनी लग जाता है। जिस गुरु अंगद देव पातशाह दे सच दे नाल जिहड़ा लग जाता है सो पै तर है। इत्थे एक वचनी अर्थ ने याद रखियो, सो भी एक वचन वास्ते हुंदा है। जे बहुते हुंदे फिर से आ जाना सी। एक दी गल ते सो आ गया, सो पै तरै, तरै भी एक वचनी क्रिया है। जेड़ा भी मनुख प्रेम दे नाल निश्चा धार के उस गुरु दे सच नाल जुड़ जाता है वो फिर तर जाता है। गुर जगत फिरन शिह अंगरो, राज जोग लेना करे। गुर जगत, जगत दे तत्ते नूं औंकड़ नहीं आई, भाव जगत दा गुर। गुर क्यों कि इत्थे गुरु अंगद देव पातशाह दा जिक्र चल रहा है, रारी नूं औंकड़ आ गई। जगत दा गुर, गुर जगत वो कौन है जी? फिरन शी, शी आखदे ने पुत्र नूं। फिरन मैंने बाबे फेरू दा पुत्र जिहड़ा है सतगुरु गुरु अंगद देव पातशाह, अंगरो, अंगरो मैंने गुरु अंगद देव पातशाह जी। असल च ये अंगद ते राव नूं जोड़ के बनिया शब्द है, भाव राजा रूप गुरु अंगद देव पातशाह जिहड़े साडे लई वड्डे ने, इस करके उन्होंने संधि वाला शब्द वरत लिया अंगरो, भाव गुरु अंगद देव पातशाह। गुर जगत फिरन शी अंगरो, राज जोग लहना करे, भाव ये जिहड़ा लहना है ना बाबे फेरू दा पुत्र, वो हुण गुरु अंगद देव पातशाह बन के राज ते जोग नूं माणदे हन, राज ते जोग दा आनंद लैंदे हन, भाव उहनूं माणदे हन। इस तो अगे 6वां सवैया आरंभ है। सदा अकल लिव रहे, करन स्यों इच्छा चारें, द्रुम स्पूर ज्यों निवै, खवै कस बिमल विचारें। सदा अकल, इनू अकल पाठ नहीं करना, अकल, कल तो रहत, जिहड़ा अंग तो रहता है, कला तो रहता है, भाव एक रस
व्यापक, जिहदा टुकड़ा नहीं हो सकता, अंग नहीं हो सकता भी इहदा आ एक अंग है, दूजा अगों फिर अगले सैकंड अंग आएगा, फिर तीजे सैकंड नहीं, वो एक राशि है, कंटिन्यूसली है, बिना लिव टुटे है, इको ही सदा कल लिव रहे, लिव बिरती, क्योंकि लिव स्त्रीलिंग शब्द है, इस करके वावे नूं औंकड़ नहीं आई। सदा कल लिव रहे भाव हे गुरु अंगद देव पातशाह, ਤੁਹਾਡੀ ਬਿਰਤੀ ਸਦਾ ਹੀ, ਤੁਹਾਡੀ ਲਿਵ ਸਦਾ ਹੀ ਅਕਾਲ ਪੁਰਖ ਚ ਟਿਕੀ ਰਹਿੰਦੀ ਹੈ। ਕਰਨ ਸਿਉ ਇੱਛਾ ਚਾਰੈ, ਕਰਨ ਮੈਨੇ ਦੋ ਕੰਨ, ਪਰ ਇੱਥੇ ਕਰਨ ਦਾ ਅਰਥ ਕਰਨੀ, ਇਸਤਰੀ ਲਿੰਗ ਹੋਣ ਕਰਕੇ ਨੰਨੇ ਨੂੰ ਔਂਕੜ ਨਹੀਂ ਆਈ। ਕਰਨ ਸਿਉ ਮੈਨੇ ਕਰਨੀ ਦੇ ਵਿੱਚ, ਇੱਛਾ ਚਾਰੈ, ਇੱਛਾ ਚਾਰੈ ਮੈਨੇ ਸੁਤੰਤਰ, ਕਰਨੀ ਵਿੱਚ ਤੁਸੀਂ ਸੁਤੰਤਰ ਹੋ ਬਿਲਕੁਲ। ਭਾਵ ਮਾਇਆ ਦੀ ਤਾਕਤ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕਦੀ, ਤੁਹਾਡੀ ਕਰਨੀ ਏਡੀ ਉੱਚੀ ਹੈ, ਤੁਸੀਂ ਕਰਨੀ ਪੱਖੋਂ ਮਾਇਆ ਤੋਂ ਸੁਤੰਤਰ ਹੋ ਗਏ, ਮਾਇਆ ਤੁਹਾਨੂੰ ਨਹੀਂ ਚਲਾ ਰਹੀ, ਬਲਕਿ ਤੁਸੀਂ ਮਾਇਆ ਦੇ ਇਸ ਬੰਧਨ ਤੋਂ ਮੁਕਤ ਹੋ। ਕਰਨ ਸਿਓ ਇੱਛਾ ਚਾਰੈ, ਦ੍ਰੁਮ ਸਪੂਰ ਜਿਉ ਨਿਮੈ, ਦ੍ਰੁਮ ਆਖਦੇ ਨੇ ਰੁੱਖ ਨੂੰ, ਸਪੂਰ ਪੂਰਾ ਭਰਿਆ ਹੋਇਆ, ਭਰਿਆ ਸਹਿਤ ਫਲਾਂ ਨਾਲ ਭਰਿਆ ਹੋਇਆ, ਜਿਉ ਨਿਮੈ, ਮਾਨੋ ਜਿਵੇਂ ਰੁੱਖ फल नाल न्यो जाता है, ते जिस रुख नूं फल लग जाते ने फिर उन्होंने कष्ट भी सहारने पैंदे ने। खवै कस, कस मैंने खिचल कष्ट, कष्ट तो कस बनया है, खवै मैंने सहारदा, फिर वो कष्ट सहारदा। जदों रुख नूं फल लगदे ने ते कष्ट किवें सहारदा, फलां दे भार नाल उहदियां टाहणियां झुक जांदियां ने। ते गुरु अंगद देव पातशाह तुहानूं भी निर्मल विचार दे फल लगे, ਤੁਹਾਡੇ ਅੰਦਰ ਵਿਚਾਰ ਬੜੀ ਪਵਿੱਤਰ ਹੈ, ਉਸ ਪਵਿੱਤਰ ਵਿਚਾਰਧਾਰਾ ਦੇ ਫਲ ਲੱਗੇ। ਕਸ਼ਟ ਕੀ ਹੋਇਆ, ਤੁਹਾਡਾ ਕਸ਼ਟ ਕੀ ਹੈ ਕਿ ਤੁਸੀਂ ਵੀ ਉਸ ਰੁੱਖ ਦੀ ਤਰ੍ਹਾਂ ਝੁਕ ਗਏ, ਤੁਹਾਡੀਆਂ ਟਾਹਣੀਆਂ ਵੀ ਝੁਕ ਗਈਆਂ, ਭਾਵ ਤੁਸੀਂ ਹੋਰ ਨਿਮਰਤਾ ਵਿੱਚ ਆ ਗਏ। ਦ੍ਰੁਮ ਸਪੂਰ ਜਿਉ ਨਿਮੈ, ਜਿਵੇਂ ਫਲਾਂ ਨਾਲ ਭਰੇ ਹੋਏ ਫਲ ਦੀ ਤਰ੍ਹਾਂ ਤੁਸੀਂ ਨਿਮ ਗਏ ਹੋ। ਫਲਾਂ ਨਾਲ ਭਰਿਆ ਰੁੱਖ ਜਿਹੜਾ ਹੋਵੇ ਉਹਦੀਆਂ ਟਾਹਣੀਆਂ ਝੁਕ ਜਾਂਦੀਆਂ ਨੇ, ਬਸ ਨਿਮਰਤਾ ਨਾਲ ਤੁਸੀਂ ਵੀ ਝੁਕ ਗਏ ਹੋ। ਖਵੈ ਕਸ ਬਿਮਲ ਵਿਚਾਰੈ, ਤੁਹਾਨੂੰ ਕਿਹੜੇ ਫਲ ਲੱਗੇ ਨੇ ਜੀ? बिमल मैंने मैल तो रहत, विचारे मैंने विचारां दे, वो विचारां दे फल जिहड़े निर्मल पवित्र विचार ने, मल तो रहत हैगे ने। बिमल, मल स्त्रीलिंग शब्द है, मैल अगे बिमल लग गया, भाव पवित्र, मैल तो रहत। इत्थे जिहड़ा विचार शब्द है वो पुलिंग है, याद रखियो, इस करके विचार दा इत्थे मल जिहड़ा है ना शब्द, वो स्त्रीलिंग वाला मल नहीं है, लले नूं औंकड़ वाला नहीं है। आम तौर पर मल शब्द स्त्रीलिंग वाला हमेशा औंकड़ सहित आउंदा है, ये याद रखियो। पर विचार क्योंकि पुलिंग हुंदा वै ते बहुते विचारां दा पुलिंगी विशेषण जिहड़ा वो बिमल लले नूं औंकड़ तो बिना आ गया, मल ते अगे लग गया बी, बिमल मैंने मल तो रहत, पवित्र। जिहड़े पवित्र विचारां दे तुहानूं फल लगे ने, उन्हां पवित्र विचारां ने तुहानूं होर नीवा कर दिता। जिवें रुख नूं फल लगदे ने, टाहणियां होर झुक जांदियां ने। द्रुम सपूर जिउं निमै, खवै कस बिमल विचारें, इत्थे बिमल पाठ नहीं करना, बिमल, मल तो रहत विचारें। तुहाडे विचार बड़े निर्मल हन, पवित्र हन, उन्हां निर्मल विचारां दे करके तुसीं होर झुक गए। और केवल गुरु अंगद देव पातशाह बारे भटका ही नहीं रहे, सतगुरु पातशाह दे जीवन दी अपनी घटना है, उन्हां दे तजर्बे ने, गुरु साहब दे जीवन दे विचों मैं किवें, उदाहरण के तौर पर जो गुरु नानक पातशाह जी ने गुरु अंगद देव पातशाह जी को मत्था टेक दिता, उन्होंने गुरु अंगद देव पातशाह बना दिता, आप चरणा च बह गए कि हुण असीं तुहाडे सिख बाणी दे शब्द सुनाओ, असीं तुहाडे तो सुनांगे। ये खबरां पूरी दुनिया च फैलियां, लोकां मूंह चुंगला पा लईयां है। गुरु नानक ने अपने सिख नूं मत्था टेक दिता, उल्टी गंग वहां दुनियाई आखे के क्यों भी की कर दिता, उल्टी गंगा बह गई। इतने उल्टी गंगा बहा दी गुरु साहब ने, उल्टी गंग बहाउन दुनियाई आखे के क्यों आ की कर दिता। की कीता जी? गुर चेले रास की नानक सलामत थींद है। गुरु ने जिउंदे जी अपने चेले नूं मत्था टेक दिता। शै टिक्का दितोस जीवद है, जिउंदे जी, जिउंदे जी कोई गद्दी नहीं छड्डदा हुंदा। हुण ये खबरां जदों पहाड़ां तक भी पहुंचियां, सिद्ध पहाड़ां तो उतर के आए, पता करते करते भी गुरु नानक पातशाह ने किन्नू मत्था टेकिया सी जी? गुरु अंगद देव पातशाह नूं। कित्थे ने जी? खडूर साहब ने। वो खडूर साहब पहुंच गए। खडूर साहब जो गुरु अंगद देव पातशाह दे जाके उन्होंने दर्शन किए, नमस्कार किए, उन्होंने पहला सवाल ये किया सी, हे गुरु अंगद देव पातशाह, असीं गुरु नानक साहब नूं मिले हां, उन्हां नाल साडी बड़ी लंबी विचार चर्चा हुई है,
और गुरु नानक पातशाह एडे महान ने, सानू उन्हां अगे झुकना पिया। शब्द जित्ती सिद्ध मंडली, कीतो सपना पंथ निराला। सानू जित लिया उन्होंने, सानू भी कहना पिया सिद्ध बोलन शुभ बचन, धन नानक तेरी वड्डी कमाई, सानू भी कहना पिया। गुरु नानक पातशाह के सामने सिद्ध आए, जोगी आए, पंडित आए, मुल्ला आए, राजे आए, नवाब आए, हाकम आए, कोई भी आए बड़े तो बड़े, सारे झुक गए। जिस शहर, जिस नगर, जिस देश में गए उन्होंने झुका दिता। गढ़ बगदाद निवाए कै, मक्का मदीना सब निभाया, सारी दुनिया गुरु नानक अगे झुकी। पर हे गुरु अंगद देव पातशाह, तुहाडे च किहड़ा ऐसा गुण देखिया कि गुरु नानक साहब तुहाडे अगे झुक गए? वो तो झुकदे नहीं सी किसी अगे, दुनिया उन्हें अगे झुकदी सी, बड़े बड़े शहर देश उन्हें अगे झुक गए। पर तुहाडे च किहड़ा गुण देखिया तुहाडे अगे गुरु नानक पातशाह झुक गए? ते गुरु अंगद देव पातशाह ने उन्होंने सिद्धा जोगियां नूं कहा सी कि तुहाडा भुलेखा है, पहलां ते भुलेखा दूर कर लो कि गुरु नानक पातशाह सारी जिंदगी झुके नहीं। मेरियां नज़रां नाल देखो, गुरु नानक पातशाह ते सारी जिंदगी झुके रहे। उन्होंने कदी नहीं कहा मैं गुरु, मैं पीर, मैं अवतार, मैं पैगम, किते भी नहीं कहा। वो ते अकाल पुरख अगे सदा ही निमरता च झुके रहे। अपने आप नूं कहंदे रहे नानक नीच कहे विचार। एक विचार कह रहा हाँ मैं बहुता चंगा नहीं हाँ, मैं कीता ना जाता हराम खोर हो, क्या मुँह देशां दुष्ट चोर, नानक नीच कहे विचार, धानक रूप राह करतार। वो तो निमरता च रहे, वो तो ही कहते रहे तू सुल्तान कहाँ हो मियाँ, तेरी कमन वडाई, जो तू दे सो कहाँ स्वामी, ना मूर्ख कहण ना जाई। एडी निमरता। गुरु नानक पातशाह ते सारी जिंदगी झुके ही रहे, ते हंकार च कदी आकड़े ही नहीं। जोगी हैरान होए, सिद्ध हैरान होए, कहने लगे फिर तुहाडे च किहड़ा गुण देखिया तुहाडे अगे झुक गए? गुरु अंगद देव पातशाह कहने लगे मैं कौन हाँ गुरु नानक साहब तो मत्था टिकाण वाला, मैं ते खाली तुरिया फिरदा सां। जिवें प्याला खाली हुंदा है ते भरी हुई अमृत की सुराही किते प्याले अगे झुक जाए, वो प्याले नूं लबालब भर दिंदी है। गुरु नानक पातशाह की नजर मेरे ते पै गई, लैना खाली तुरिया फिरदा है, दुनिया ते एवें खाली ना चला जाए। गुरु नानक पातशाह झुके, मैनू मत्था टेकन लई नहीं, मेरा गुण देख के नहीं, उन्हें मेरा खालीपन देखिया, अंदर कुछ भी नहीं है, एवें ना दुनिया तो चला जाए। गुरु नानक पातशाह चुके, उन्होंने अपने अंदर दे सारे गुण मेरे हृदय च लबालब भर दिते। जदों इन्नी गल कही, सिद्धा ने हाथ जोड़ लिया, वाह गुरु अंगद देव पातशाह, आ जिहड़ी तुहाडी हद दर्जे की निमरता है ना, इस निमरता ने तुहानू गुरु नानक दे तखत दा वारिस बना दिता है। इस निमरता करके तुसी गुरु नानक दी गद्दी दे मालिक हो गए। सचमुच जदों टाणियां नूं फल लगदा ना, टाणियां हंकार विच आकड़दियां नहीं, उच्चियां नहीं उठदियां, तो टाणियां नीवियां हो जांदियां ने। ते गुरु अंगद देव पातशाह तुहानू गुरु नानक दे पवित्र विचारां दे फल लगे, तुसी होर निमरता च आ गए। द्रुम सपूर ज्यों निमय, जिवें फलां नाल लद्या होया रुख झुक जांदा है, खवै कस हालांकि कष्ट सहारदा है हो, इसे तरह तुसी भी विमल विचारे पवित्र विचारां दे तुहानू फल लगे, तुसी भी उस रुख दी तरह होर निमरता च आ गए। यह तत जानियो सर्वगत अलख बिडाणी, सहज पाए संचियो किरण अमृत कल बाणी। यह तत जानियो, हे गुरु अंगद देव पातशाह तुसी इस तत्त नूं जान लिया, यह भेत समझ लिया। किहड़ा भेत समझ लिया? सर्वगत अलख बिडाणी, कि वो जिहड़ा प्रभु है सर्वगत है, मैंने सर्व व्यापक है, सारियां थावां ते। सर्व बहुवचन होने करके बब्बे नूं औंकड़ नहीं आई, सारियां थावां ते गत मैंने व्यापक गतिमान है, हर थां ते रबिया होया है। अलख जिहदा भेत ना पाया जा सके, बिडाणी मैंने जिहड़ा अद्भुत आश्चर्य है, तुसी उस अलख नूं लख लिया है, उन्होंने देख लिया है। बस आ तुसी भेत जान लिया कि जिहड़ा प्रभु दिसदा नहीं है ना, अलख है, वो तो सारियां थावां ते ही है, जरे जरे विच है। उदाहरण के तौर पर इस हवा दे विच हजारां करोड़ां लखां अरबां खरबां बैक्टीरिया ने, सैल ने, टिशू ने, हवा च सैल उड़ते फिरते हैं, सानूं दिसदे नहीं है तां सारी हवा च ने। पर जो कोई माइक्रोस्कोप के थले रख के देखता है किसी चीज नूं, मोटे एक खास तरह का शीशा है, लेंस है, माइक्रोस्कोप सूक्ष्मदर्शी के थले देखता है, हजारां लखां करोड़ां वो बैक्टीरिया नजर आ जाते हैं। पग की पिन सूई की नोक उपर अरबां अरबां बैठे होंगे ने। इसे तरह प्रभु ते कण कण जरे जरे विच व्यापक है, पर एक शीशे की लोड़ है। जो गुरु ज्ञान का फकीरी का चश्मा लांदा है, हर थां ते वसदा रब दिस जांदा है। कर फकर दाए मलाए चश्मे,
ਜਦੋਂ ਫਕੀਰੀ ਦੇ ਕੋਈ ਚਸ਼ਮੇ ਲਾ ਲੈਂਦਾ ਹੈ, ਫਕੀਰੀ ਦੀਆਂ ਅੱਖਾਂ ਲਾ ਲੈਂਦਾ ਹੈ, ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ, ਫਿਰ ਹਰ ਥਾਂ ਤੇ ਉਹੀ ਦਿਸਦਾ ਹੈ। ਵਸਤ ਅਨੂਪ ਅਤ ਅਗਮ ਅਗੋਚਰ, ਗੁਰਪੂਰਾ ਅਲੱਖ ਲਖਾਏ, ਜਿਹੜਾ ਅਲੱਖ ਦਿਸਦਾ ਨਹੀਂ ਗੁਰੂ ਦਿਖਾ ਦਿੰਦਾ ਹੈ। ਜਦੋਂ ਗਿਆਨ ਦੇ ਸ਼ੀਸ਼ੇ ਗਿਆਨ ਦੀਆਂ ਅੱਖਾਂ ਦਿੰਦਾ ਤੇ ਰੱਬ ਦਿਸ ਪੈਂਦਾ ਹੈ। ਹੇ ਗੁਰੰਗਦ ਦੇ ਪਾਤਸ਼ਾਹ, ਤੁਸੀਂ ਭੇਤ ਜਾਣ ਲਿਆ, ਜਿਹੜਾ ਪ੍ਰਭੂ ਅਲੱਖ ਸੀ, ਦਿਸਦਾ ਨਹੀਂ ਸੀ, ਤੁਸੀਂ ਤੇ ਕਣ ਕਣ ਵਿੱਚੋਂ ਦੇਖ ਲਿਆ ਉਹਨੂੰ। ਇਹ ਤਤ ਜਾਣਿਓ ਸਰਬਗਤ ਅਲੱਖ ਬਿਡਾਣੀ, ਉਹ ਅਚਰਜ ਜਿਹੜਾ ਨਹੀਂ ਨਜ਼ਰ ਆਉਣ ਵਾਲਾ ਅਲੱਖ ਸੀ, ਸਰਬਗਤ, ਤੁਸੀਂ ਸਾਰਿਆਂ 'ਚ ਵਿਆਪਕ ਉਹਦੇ ਦਰਸ਼ਨ ਕਰ ਲਏ। ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ, ਸਹਿਜ ਪਾਏ ਮੈਨੇ ਸੁਭਾਵਕ ਹੀ, ਸਹਿਜ ਵਿੱਚ ਹੀ, ਸੁਭਾਵਕ ਹੀ ਸੰਚਿਓ। ਇੱਥੇ ਸਹਿਜ ਦੇ ਜੱਜੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਜਦੋਂ ਅਵਯ ਹੀ ਆ ਜਾਂਦਾ ਹੈ ਨਾ, ਉਦੋਂ ਵੀ ਨਾਉ ਦੀ ਔਂਕੜ ਹਟ ਜਾਂਦੀ ਹੈ। ਤਿਤ ਹੀ, ਜਿਤ ਹੀ, ਜਿੱਥੇ ਪ੍ਰਗਟ ਰੂਪ ਚ ਆ ਗਈ, ਜਿੱਥੇ ਲੁਪਤ ਚ ਆ ਗਈ, ਉੱਥੇ ਵੀ ਹਟ ਜਾਣਾ ਹੈ। ਸਹਿਜ ਵਿੱਚ ਹੀ, ਸਹਿਜ ਪਿਆਰ ਵਿੱਚ ਹੀ, ਸਹਿਜ ਪਾਏ ਭਾਵ ਸਹਿਜ ਸੁਭਾਵਕ ਹੀ। ਸੰਚਿਓ, ਸੰਚਿਓ ਮੈਨੇ ਸਿੰਜ ਰਿਹਾ ਹੈ। ਕਿਰਨ ਅੰਮ੍ਰਿਤ ਕਲ ਬਾਣੀ, किरण अमृत कल, कल मैंने सुंदर, बाणी मैंने बोल, अमृत मैंने अमृत भरपूर। बाणी स्त्रीलिंग नाउं है इत्थे। उस बाणी दे दो विशेषण इहदे विच, एक अमृत एक कल। अमृत नाल भरपूर, कल मैंने सुंदर बाणी। वो बाणी जिहड़ी अमृत नाल भरपूर है, जिहड़ी सुंदर है। तुसी अमृत भरी सुंदर बाणी रूप किरण द्वारा की कीता, सहज सुभाए ही सिंज रहे हो। भाव संसारी जीवां दे हिरदियां नूं तुसी सिंज रहे हैगे हो, सारियां दे हिरदियां च उस बाणी नूं पहुंचा रहे हैगे हो। गुर गम प्रमाण तै पायो, सत संतोख ग्राहा जलयो। हर परस्यो कल समुलवै, जन दर्शन लहने पायो। गुर गम प्रमाण तै पायो। गुर मैंने गुरु वाला, गुरु नानक वाला। गम मैंने दर्जा, प्रमाण मैंने दर्जा। गुरु गम प्रमाण, गुरु दे गुरु नानक पातशाह वाला दर्जा। इत्थे गम मैंने गम्य, जिद तक गमन हो सके, जिद तक पहुंच हो सके। संस्कृत का शब्द है गम्य, इथों ही आगमन शब्द बने हैं। गमन मैंने जाना, आगमन मैंने आना, जान तो उल्ट। गमन मैंने जाना ते गम्य मैंने गुरु तक पहुंच करने वाला, गुरु नानक तक पहुंच करने वाला। गुर गम प्रमाण, वो दर्जा जिहड़ा गुरु नानक तक पहुंचा दिंदा है। भाव तुसी गुरु नानक वाला दर्जा हासिल कर लिया, वो दर्जा जिन्हें गुरु नानक का तुहानूं पहुंचा दिता, तुसी गुरु नानक हो गए। गुर गम प्रमाण तैं पायो, सत संतोख ग्राहा च लियो। तुसी सच नूं ते संतोख नूं ग्रहण कर लिया। सत मैंने उच्चे आचरण नूं ग्रहण कर लिया। याद रखियो, जिथे सत दे तत्ते नूं सिहारी आवे, उत्थे अर्थ बन जांदा है सच, सदीवी होंद वाला। जिथे सत दे तत्ते नूं औंकड़ आ जाए, उत्थे अर्थ बन जांदा है उच्चा आचरण या दान। ते जिथे सस्सा तत्ता इकल्ला ही आ जाए, तत्ता मुक्ता, उत्थे गिणती वाला सत बन जांदा है। इस तो इलावा सत दे अनेक ही अर्थ ने गुरबाणी च। ये मोटे मोटे अर्थ याद कर लियो। तत्ते नूं सिहारी आ जाए ते सदीवी सत, सत दे तत्ते नूं औंकड़ आ जाए ते उच्चा आचरण या दान पुण्य, ते सत तत्ता मुक्त आ जाए ते फिर गिणती वाला सत। ये मोटे जे अर्थ ने। सत इत्थे मतलब तुहाडा आचरण उच्चा है। संतोख, तुसी संतोख वाले हो। ग्राहा च लियो, तुसी ग्रहण कर लिया, ग्राही कर लई, तुसी इहनूं ग्रहण कर लिया। ग्राही नूं भी दा वही अर्थ ही है भी ग्रहण करने वाली चीज। बुरकी नूं ग्राही ऐसे करके कहंदे ने क्योंकि उसनूं ग्रहण करदे आ। ग्राहा च लियो, हर परस्यो कल समुलवै। समुलवै मैंने उच्ची सारी पुकारदा है। जन दर्शन लैणे पयो। कल सहार जिहड़ा वै वो की करदा वै, उच्ची सारी एक गल पुकार के आखदा है, हर परस्यो कि तुसी हरि प्रभु नूं परस लिया है, उन्हां नूं छो लिया है। जन दर्शन लैणे पयो, जिन्हां नूं भाई लैणे जी दा दर्शन होया। भाव जिन्हां मनुखां नूं भाई लैणे दा दर्शन होया, गुरु अंगद दे पातशाह दा दर्शन होया, उन्हां ने अकाल पुरख नूं परस लिया है। हर परस्यो कल समुलवै। हट कल जी उच्ची आवाज च पुकार के आखदे ने कि जिन्हां जना ने जन दे नन्ने नौकड़ नहीं आई, बहुते गुरुमुख जन, जिन्हां जना ने
दर्शन लैने पयो, गुरु अंगद देव पातशाह जी दे दर्शन कीते, हर परस्यो उन्होंने अकाल पुरख नूं परस लिया है। भाव भट्ट कल सारे गल आखदा है कि जिहड़े गुरु अंगद देव पातशाह दी शरण विच आए वो फिर रब नूं मिल पए, उन्हां नूं रब दे दर्शन हो गए। सतवां सवैया इथों आरंभ है। मन विसास पायो, गहर गो हजरत दियो, गरलता नास तन नठियो, अम्यो अंतरगत पियो। मन विसास पायो, इत्थे मन दे नूं सियारी मन विच, विसास ते सस्सी नौकड़ है मेरे विश्वास। जिथे शरदा की गल आती उत्थे लफ्ज विश्वास आया गुरबाणी च, याद रखियो। ते जिथे शरदा लफ्ज आया उत्थे शरदा का अर्थ होंदा इच्छा। शरदा लफ्ज गुरबाणी च आया ओदा अर्थ हैगा इच्छा, तांग, ते शरदा वास्ते लफ्ज गुरबाणी च आया विसास। लगभग 40 बार शरदा लफ्ज आया है। असं कहने देखो गुरबाणी ने क्या शरदा तारो, कह लगे हाँ शरदा मैंने इच्छा, अंतरजामी पुरख विदाते शरदा मन की पूरे। शरदा मैंने इच्छा, मेरे मन की इच्छा पूरी कर दो, शरदा मन की पूरे। 40 बार के करीब शरदा लफ्ज गुरबाणी विच आया है। उत्थे शरदा का अर्थ है इच्छा, ते जिहड़ा असीं अज शरदा दे अर्थ करदे हां उहदे वास्ते शब्द आया गुरबाणी विच विसास। जिहदे मन विच विश्वास है उहदे वास्ते शब्द आया प्रतीत। शरदा वास्ते लफ्ज आया प्रतीत ते विसास। जाके मन गुरु का विश्वास, पेख पेख स्वामी की शोभा आनंद सदा उलास। जिनके मन साचा विश्वास, पेख पेख स्वामी की शोभा आनंद सदा उलास। जिन्हां ते गुरु दे उत्ते जिन्हां दा विश्वास है, भरोसा है, शरदा है, उन्हां नूं अंदरों खेड़े मिल गए ने, खुशियां मिल गईयां। विश्वास का मतलब शरदा, ते शरदा वास्ते लफ्ज शरदा का अर्थ गुरबाणी च आया इच्छा। ये याद रखियो। मन विश्वास पायो, मैंने मन में शरदा आ गई। गहर गो हजरत दियो, गहर मैंने गंभीर, गहो मैंने पहुंच। वो जड़ा प्रभु गैर गंभीर है उहदे तक पहुंच हो गई। हजरत दियो, हजरत गुरु नानक पातशाह जी ने पहुंच दे दी। भाव हे गुरु अंगद देव पातशाह, तुसी अपने मन में शरदा की, ते हजूर गुरु नानक साहब जी ने तुहानू हरि तक गंभीर प्रभु तक पहुंच दे दी। गरल नाश तन नठियो, गरल मैंने जहर, स्त्रीलिंग होने करके लले नूं औकड़ नहीं आई। नाश तन नठियो, ये जिहड़ी जहर है नाश करने वाला है तू। भाव नाश करने वाला जहर जिहड़ा है तेरे शरीर चों नठ गया। तन नठियो, तन दे नन्ने नूं सियारी हैगी, मन तन चों शरीर चों नाश हो गया। अम्यो अंतर्गत पीओ, तुसी अंतर आत्मे नाम अमृत नूं पी लिया। अंतर आत्मे आत्मक जीवन देने वाले जल नूं पी लिया है। ते जिथे नाम अमृत आ जाए उत्थे जहर अपने आप ही खत्म हो जाती है। रिद विसास विगास जागियो, अलख कल तरी जुगंतर। सतगुर सहज समाद, रवियो सामान निरंतर। रिद विगास जागियो, रिद मैंने हिरदे दे विच, इस करके दद्दे नूं सियारी आ गई हिरदे विच। विगास, विगास मैंने प्रकाश, जागियो जाग गया, तुहाडे अंदर प्रकाश हो गया। अलख कल तरी जुगंतर, अलख खखे नूं आ गई सियारी। अलख ने भाव प्रभु ने, अकाल पुरख ने, कल लल्ला मुक्ता आ गया स्त्रीलिंग शब्द। सत्ता, अकाल पुरख ने की किया, सत्ता धरी जुगंतर। वो अकाल पुरख जिन्हें अपनी सत्ता सारे युगों में रखी हुई है। जुगंतर दो शब्दों मिला के बने, जुग प्लस अंतर। युगां दे अंदर, अंतर जिहड़ा समझ लो भी संबंधक शब्द है, जिहड़ा नाउन दे नाल जुड़ के समास बन गया जुगंतर। युगां दे अंदर, जुग क्योंकि बहुवचन शब्द है, इस करके गग्गे दी औंकड़ दा सवाल ही नहीं उठदा हैगा। जुगंतर मैंने जुगां दे अंदर, अलख कल तरी जुगंतर। जिस अकाल पुरख ने अपनी सत्ता सारे युगों च रखी, ते युगां दा मतलब सारे समयां दे विच। क्योंकि गुरमत जिहड़ी है उस बाहरली सनातनी वंड वाली युगां दी गल नूं नहीं मनदी कि सतयुग लंघ चुकिया वै, त्रेता द्वापर निकल गए ने, हुण अजकल बड़ा घोर कल युग चल रहा है। गुरमत इहनूं नहीं मनदी। गुरमत के अनुसार सतयुग की है, जिथे सच है उथे सतयुग है। बिरती का नाम है सतयुग। जो असीं गुरबाणी दे विच पढ़दे हैगे हां, कलम है प्रेत जिनी नाम ना पछाता, सतयुग परमहंस विचारी।
ਜਦੋਂ ਕੋਈ ਪਰਮਹੰਸ ਬਣ ਕੇ ਨਾਮ ਦੇ ਮੋਤੀਆਂ ਨੂੰ ਚੁਗਣ ਲੱਗ ਜਾਂਦਾ ਹੈ, ਉਹ ਸੱਚ ਦੇ ਯੁੱਗ ਦੇ ਵਿੱਚ ਆ ਜਾਂਦਾ ਹੈ, ਉਹਦੀ ਅਵਸਥਾ ਸੱਚ ਵਾਲੀ ਹੋ ਜਾਂਦੀ ਹੈ। ਤੇ ਕਲਯੁਗ ਕਿਹੜਾ ਸਾਡੇ ਲਈ? ਜਦੋਂ ਅਸੀਂ ਰੱਬ ਨਾਲੋਂ ਟੁੱਟ ਜਾਂਦੇ ਆ, ਉਦੋਂ ਅਸੀਂ ਸੱਚ ਨਾਲ ਜੁੜ ਜਾਂਦੇ ਹੈਗੇ ਆ। ਜਦੋਂ ਅਸੀਂ ਰੱਬ ਨਾਲ ਟੁੱਟ ਜਾਂਦੇ ਤਾਂ ਅਸੀਂ ਕਲਯੁਗ ਨਾਲ ਜੁੜ ਜਾਂਦੇ ਹਾਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਇੱਕ ਘੜੀ ਰੱਬ ਨਾਲ ਟੁੱਟ ਜਾਈਏ, ਸਾਡੇ ਭਾਅ ਦਾ ਕਲਯੁਗ ਆ ਗਿਆ ਹੈ। ਕਲਯੁਗ ਕਿੱਥੇ ਹੈ? ਜਿੱਥੇ ਪ੍ਰਭੂ ਤੋਂ ਵਿਛੋੜਾ ਹੈ। ਕਲਯੁਗ ਕਿੱਥੇ ਹੈ? ਜਿੱਥੇ ਕੋਈ ਜ਼ਾਲਮ ਜ਼ੁਲਮ ਕਰੇ ਤੇ ਲੋਕ ਮੂਕ ਦਰਸ਼ਨ ਬਣ ਕੇ ਚੁੱਪ ਕਰਕੇ ਖੜੇ ਤਮਾਸ਼ਾ ਦੇਖਦੇ ਹੋਣ, ਕੋਈ ਜ਼ੁਲਮ ਦੇ ਖਿਲਾਫ ਆਵਾਜ਼ ਨਾ ਉਠਾਏ, ਉਹ ਕਲਯੁਗ ਹੈ। ਕਲਯੁਗ ਦੇ ਲੱਛਣ ਨੇ ਗੁਰਬਾਣੀ ਵਿੱਚ ਦਿੱਤੇ ਹੋਏ। ਕੱਲ ਮੈਂ ਰਾਮ ਨਾਮ ਸਾਰ ਅਸੀਂ ਜਦੋਂ ਪੜ੍ਹਦੇ ਹਾਂ, ਹੋਵੇ ਪ੍ਰਮਾਣਾ ਕਰੇ ਧਿੰਗਾਣਾ ਕੱਲ ਲੱਖਣ ਵਿਚਾਰ। ਹੋਵੇ ਪ੍ਰਮਾਣਾ ਕਰੇ ਧਿੰਗਾਣਾ, ਕੋਈ ਧਿੰਗਾ ਜੋਰੀ ਜ਼ਬਰਦਸਤੀ ਕਰੇ, ਉਹ ਪ੍ਰਮਾਣ ਚੜ ਜਾਏ, ਕੱਲ ਲੱਖਣ ਵਿਚਾਰ। ਇਹ ਕਲਯੁਗ ਦੇ ਲੱਛਣ ਨੇ ਕਿ ਕਿਸੇ ਦੀ ਜ਼ਬਰਦਸਤੀ ਜ਼ੁਲਮ ਪ੍ਰਮਾਣ ਚੜ ਜਾਏ ਤੇ ਲੋਕ ਖਾਮੋਸ਼ ਹੋ ਕੇ ਦੇਖਦੇ ਰਹਿਣ, ਸਮਝੋ ਕਲਯੁਗ ਹੈ। ਜਿੱਥੇ ਰੱਬ ਨਾਲੋਂ ਵਿਛੋੜਾ ਹੈ ਉੱਥੇ ਕਲਯੁਗ ਹੈ, ਤੇ ਜਿੱਥੇ ਪ੍ਰਭੂ ਨਾਲ ਮਿਲਾਪ ਹੈ ਤੇ ਸਤਯੁਗ ਹੈ। ਜਦੋਂ ਗੁਰਸਿੱਖ ਗੁਰਬਾਣੀ ਨਾਲ ਜੁੜਿਆ ਹੁੰਦਾ ਹੈ, ਰੱਬ ਨਾਲ ਜੁੜਿਆ ਹੁੰਦਾ ਹੈ, ਇਮਾਨਦਾਰੀ, ਸੱਚਾਈ, ਨਿਮਰਤਾ, ਮਿਠਾਸ ਨਾਲ, ਰੱਬੀ ਗੁਣਾਂ ਨਾਲ ਜੁੜਿਆ ਹੁੰਦਾ ਹੈ, ਉਦੋਂ ਸਤਯੁਗ ਵਿੱਚ ਵਿਚਰਦਾ ਹੈ, ਅਵਸਥਾ ਹੈ। ਇੱਥੇ ਯੁੱਗ ਜਿੱਥੇ ਬਹੁਵਚਨ ਆ ਜਾਂਦਾ ਹੈ, ਉੱਥੇ ਮੈਨੇ ਸਾਰੇ ਹੀ ਸਮੇਂ, ਸਾਰਾ ਹੀ ਸਮਾਂ। ਮੁਹਾਵਰੇ ਰੂਪ ਚ ਜਿੱਥੇ ਚਾਰ ਯੁੱਗ ਆਉਂਦਾ ਹੈ, ਉੱਥੇ ਵੀ ਅਰਥ ਬਣਦਾ ਸਾਰਾ ਸਮਾਂ। ਜਿਵੇਂ ਅਸੀਂ ਕਹੀਏ ਵੀ ਜੀ ਸਾਡੀ ਸ਼ਾਪ 7 ਦਿਨ ਖੁੱਲਦੀ ਹੈ, ਮਤਲਬ 8ਵੇਂ ਦਿਨ ਬੰਦ ਹੋ ਜਾਂਦੀ ਹੈ। ਅਸੀਂ 24 ਘੰਟੇ ਓਪਨ ਆ, ਮਤਲਬ 25ਵੇਂ ਘੰਟੇ ਸਾਡੀ ਸ਼ਾਪ ਬੰਦ ਹੋ ਜਾਂਦੀ ਹੈ। ਇਹ ਗੱਲ 16 ਆਨੇ ਸੱਚ ਹੈ, ਮਤਲਬ 17ਵੇਂ ਆਨੇ ਝੂਠ ਹੋ ਗਈ। ਹੁਣ 16 ਆਨੇ ਜਾਂ 7 ਦਿਨ ਇਹ ਮੁਹਾਵਰੇ ਰੂਪ ਨੇ। ਇਸੇ ਤਰ੍ਹਾਂ 84 ਲੱਖ ਮੁਹਾਵਰਾ ਭਾਵ ਸਾਰੇ ਹੀ ਜੂਨਾ, ਸਾਰੇ ਹੀ ਜੀਵ 84 ਲੱਖ ਮੁਹਾਵਰੇ ਰੂਪ ਚ ਆ ਗਿਆ। ਇਦਾਂ ਹੀ ਚਾਰੇ ਯੁੱਗ ਮੁਹਾਵਰੇ ਰੂਪ ਚ ਆ ਗਿਆ, ਭਾਵ ਹਮੇਸ਼ਾ, ਆਲਵੇਜ਼, ਅਲੱਖ ਕਲ ਧਰੀ ਜੁਗੰਤਰ, ਭਾਵ ਸਾਰਿਆਂ ਸਮਿਆਂ ਦੇ ਵਿੱਚ ਅਕਾਲ ਪੁਰਖ ਨੇ ਆਪਣੀ ਹੀ ਸੱਤਾ ਟਿਕਾਈ ਹੋਈ ਹੈ। ਸਤਿਗੁਰ ਸਹਿਜ ਸਮਾਦ ਰਵਿਓ ਸਮਾਨ ਨਿਰੰਤਰ। ਜਿਸ ਅਕਾਲ ਪੁਰਖ ਨੇ ਸੱਤਾ ਸਾਰੇ ਯੁਗਾਂ ਚ ਰੱਖੀ ਹੈ, ਉਹਦਾ ਪ੍ਰਕਾਸ਼ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਹਿਰਦੇ ਚ ਜਾਗ ਗਿਆ। ਸਤਿਗੁਰ ਸਹਿਜ ਸਮਾਦ ਰਵਿਓ ਸਮਾਨ ਨਿਰੰਤਰ। ਸਮਾਨ ਮੈਨੇ ਇੱਕੋ ਜਿਹਾ, ਨਿਰੰਤਰ ਵੀ ਜਿਹੜਾ ਸਮਾਸ ਹੈਗਾ, ਨਿਰੰਤਰ ਭਾਵ ਅੰਤਰ ਤੋਂ ਬਿਨਾਂ ਲਗਾਤਾਰ ਇੱਕ ਰਸ, ਲਗਾਤਾਰ ਨਿਰੰਤਰ ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਉਸ ਅਕਾਲ ਪੁਰਖ ਜਿਹੜਾ ਇੱਕ ਰਸ ਸਾਰਿਆਂ ਜੀਵਾਂ ਚ ਵਿਆਪ ਰਿਹਾ, ਰਵਿਓ ਸਮਾਨ ਨਿਰੰਤਰ, ਉਹ ਕੀ ਹੈਗਾ? ਉਸ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਅਡੋਲਤਾ ਚ ਟਿਕੇ ਸਮਾਧੀ ਜੋੜੀ ਰੱਖਦੇ ਨੇ। ਸਤਿਗੁਰ ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਸਹਿਜ ਜੱਜੇ ਨੂੰ ਔਂਕੜ ਨਹੀਂ ਆਈ, ਕਿਉਂਕਿ ਅੱਗੇ ਲੁਪਤ ਸੰਬੰਧਕ ਆ ਗਿਆ। ਸਹਿਜ ਵਿੱਚ, ਅਡੋਲਤਾ ਵਿੱਚ, ਸਮਾਧ ਦੇ ਧੱਦੇ ਨੂੰ ਸਿਆਰੀ ਆ ਗਈ। ਇਸਤਰੀ ਲਿੰਗ ਸ਼ਬਦ ਹੈ ਸਮਾਧ, ਇਹ ਸਿਆਰੀ ਨਾਲ ਹੀ ਆਉਂਦਾ ਵੈ ਹਮੇਸ਼ਾ ਹੀ। ਸਮਾਧ, ਸਮਾਧੀ ਵਿੱਚ, ਸਹਿਜ ਦੀ ਸਮਾਧੀ ਦੇ ਵਿੱਚ, ਸਹਿਜ ਦੀ ਸਮਾਧੀ ਤੁਸੀਂ ਜੋੜੀ ਰੱਖਦੇ ਹੋ। ਸਹਿਜ ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ। ਉਦਾਰੋ ਚਿਤ ਦਾਰਿਦ ਹਰਨ ਤਿਖੰਤੇ ਕਲਮਲ ਤਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ। ਉਦਾਰੋ ਚਿਤ ਭਾਵ ਉਦਾਰ ਚਿਤ ਵਾਲਾ, ਜਿਹਦਾ ਚਿਤ ਉਦਾਰ ਹੈ। दारिद हरण, दारिद मैंने गरीबी, हरण मैंने दूर करने वाला है, गरीबी नु दूर करने वाला है। तिखंते कलमल तरसन, तिखंते मैंने देखदियां सारी, कलमल मैंने जिन्ने भी पाप ने बहुवचन होने करके कलमल आखिरी अखर मुक्ता आ गया। तरसन, तरसन मैंने तरह जाते ने, डर जाते ने, घबरा जाते ने। वो गुरु अंगद देव पातशाह जिहड़े उदार चित्त वाले ने, जो गरीबी नु दूर करने वाले ने, जिन्होंने वेख के सारे पाप डर जाते ने, तरवक जाते ने। सद रंग सहज कल उचरै, पट कल सार आखद कि मैं भी की करदा वां, मैं सहज विच उस गुरु की सिफत उचारदा हाँ, सदा ही रंग दे विच, प्रेम दे विच। रंग दे दुगन सिहारी आ गई, मैंने रंग विच, मैंने प्रेम दे विच। सद रंग सहज कल उचरै जस जंपो लहणे रसन, मैं रसना नाल जीव दे नाल भाई लहणा जी भाव गुरु अंगद देव पातशाह जी की सिफत नूं उचारदा हाँ। रसन दे नंदन तां औंकड़ नहीं आई। रसना एक ते इस्त्री लिंग शब्द है, वैसे भी नाल संबंधक है, जीव नाल मैं सिफत उचारदा हाँ। जस दे सस्से नूं औंकड़ आ गई,
जस शोभा एक वचन पुलिंग शब्द हैगा वै, भाव मैं उस लैणे जी दा, गुरु अंगद देव पातशाह जी दा जस अपनी रसना दे नाल उचारदा हां। नाम अवखद नाम आधार, और नाम समाध सुख सदा नाम निशान सो है। 8वां सवैया नाम अवखद। अवखद दे तद्दे औंकड़ आ गई, भाव दवाई जड़ी बूटी। ये जिहड़ा शब्द है ये अवखद औंकड़ नाल ही आउंदा वै। नाम रूपी दवाई, नाम आधार, ते नाम ही आधार है। केड़ा? और नाम समाध सुख सदा नाम निशान सो है। प्रभु दा नाम ही सारे रोगां दी दवाई है। प्रभु दा नाम ही जिंदगी दा आसरा है। प्रभु दा नाम ही समाधि वाला आनंद है। समाधि तो दिन सियारी आ गई, समाधि शब्द सियारी नाल ही आएगा। स्त्रीलिंग शब्द मौलिक सियारी नाल लेके आया है। सुख खक्के नूं औंकड़ दे नाल है, एक सुख। समाधि दा सुख, नाम ही मेरे लिए समाधि दा सुख है। सदा नाम निशान सो है। निशान मैंने वही निशानी, झंडा। निशान साहब मैंने निशानी है, साडी झंडा हैगा है, साडी सिੱਖੀ ਦਾ ਨਿਸ਼ਾਨ ਹੈਗਾ ਉਹ। झंडा ਜਿਹੜਾ ਹਰ ਦੇਸ਼ ਦੀ ਇੱਕ ਨਿਸ਼ਾਨੀ ਹੁੰਦਾ ਹੈ, ਇਸ ਕਰਕੇ ਉਹਨੂੰ ਨਿਸ਼ਾਨ ਵੀ ਕਿਹਾ ਜਾਂਦਾ ਹੈ। ਅਸੀਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਕਹਿ ਦਿੰਦੇ ਆ। ਹਾਂਜੀ, ਨਾਮ ਔਖਦ, ਨਾਮ ਜਿਹੜੀ ਦਵਾਈ ਹੈ। ਇੱਥੇ ਨਾਮ ਦਵਾਈ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨਿਆਵੀ ਦਵਾਈਆਂ ਛੱਡ ਦਈਏ, ਹੁਣ ਡਾਕਟਰਾਂ ਕੋਲ ਜਾਣਾ ਛੱਡ ਦਈਏ ਕਿ ਨਾਮ ਨਾਲ ਹੀ ਸਾਡੇ ਰੋਗ ਕੱਟੇ ਜਾਣਗੇ, ਜਿਵੇਂ ਅੱਜ ਕੱਲ ਆਮ ਫੈਲੀ ਹੋਈ ਹੈ ਗੱਲ। ਗੁਰਬਾਣੀ ਆਤਮਿਕ ਜੀਵਨ ਦੇ ਰੋਗਾਂ ਦਾ ਗੱਲ ਕਰਦੀ ਹੈ। ਸਾਡੇ ਜੀਵਨ ਚ ਆਤਮਿਕ ਰੋਗ ਨੇ ਕੁਝ, ਉਹ ਨੇ ਸਾਡੇ ਵਿਕਾਰ, ਜਿਨ੍ਹਾਂ ਰੋਗਾਂ ਦੇ ਵਿੱਚ ਅਸੀਂ ਗ੍ਰਸੇ ਹੋਏ ਆ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਨਾਸ, ਪੰਜ ਦੋਖ ਅਸਾਧ ਜਾਮੈ ਤਾਕੀ ਕਿਤ ਕਾਸ। ਸਾਡੇ ਅੰਦਰ ਇੰਨੇ ਨੇ ਵੱਡੇ ਦੋਸ਼ ਨੇ। ਸਭ ਤੋਂ ਵੱਡਾ ਰੋਗ ਕਿਹੜਾ ਹੈ? ਹਉਮੈ ਰੋਗ, ਮਨ ਕੋ ਦੀਨਾ। ਗੁਰੂ ਨੇ ਕੀ ਕੀਤਾ? ਗੁਰੂ ਨੇ ਕਿਹਾ ਆਪ ਨੂੰ ਇੱਕ ਨਾਮ ਦੇ ਦੇਵਾਂ। काम क्रोध लोभ मोह हंकार आशा तृष्णा निंदा चुगली द्वेष बखिली पाप विकार गुनाह अपराध चोरियां ठगियां बेईमानियां पहनामियां जिन्ने पाप अपराध ने, इस सारे दे सारे रोग तेरे मुक जाणगे। सर्व रोग का औखद नाम है। उत्थे रोग आत्मिक रोगां दी, जीवन दे रोगां दी, विकारां दी गल हैगी है। जिथे बाहरी रोगां दी गल आई, उत्थे बकायदा गुरु साहब ने दवाखाने खुलवाए। उत्थे कहा भी जे शरीर दे रोग ने, आ दवाइयां खाओ। इदों वड्डी करामात की हो सकती है कि प्रभु ने जड़ियां बूटियां पत्तियां दे विच दवाइयां भर दित्तियां भी पछाणी चलो ते खाई चलो ते रोग मिटाई चलो शरीर दे। पर आ जिहड़े विकारां दे रोग ने ना, बाहर दी दवाइयां खाण नाल नहीं मुकणे। इहदे लई प्रभु दे नाम नाल जुड़ना पैणा। नाम मैंने रब्बी गुण, जिन्ने रब दे नाम ने सारे गुण ने। जेड़ा जेड़ा गुण धारण करी जाओगे वो रोग कुटी जाएगा। मान लो बुखार होवे, बुखार दी गोली लो, एस्पिरिन लो, पैरासीटामोल लो, डिस्पिरिन लो, बुखार मुक जांदा है। जुकाम लगे, जुकाम दी गोली ले लो। जे क्रोध लगे है तो मिठी जुबान की गोली खा लो। लोभ लगे तो संतोख की गोली खा लो। मोह है तो प्रेम की गोली खा लो। हंकार है तो निमरता की गोली खा लो। बेईमानी है तो ईमानदारी की गोली खा लो। आ जिन्ने रब दे नाम ने सारिया दवाइयां ने साडे रोगां नूं कट्टण वालियां। नाम औखद, आत्मिक जीवन के रोग नाम नाल दूर हुंदे ने। जे शरीरक गल हुंदी ते गुरु साहब गुरु हरराय साहब पातशाह एडा वड्डा दवाखाना ना बनाते। जां गुरु अर्जन देव पातशाह जो काल पिया सी उदों वैदा हकीमां नूं ना भेजदे लाहौर भी जाके तुसीं उन्हां दा इलाज करो जिहड़े बीमार हो गए ने। जां उस समय गुरु हरराय साहब पातशाह वख-वख इलाकिਆਂ ਦੇ ਵਿੱਚ वैदा हकीमां नूं ना भेजदे जां दवाखाने होर ना खुलवांदे। गल की सरीरक रोगां दे लई दवाई हैगी है, पर आत्मिक रोगां दे लई प्रभु दा नाम रब्बी गुण ने। नाम अवखद, नाम आधार, नाम ही आसरा है सब दा। और नाम समाध सुख, समाधि वाला जिहड़ा आनंद है ना, वो नाम ही है। ये याद रखियो बस, समाध सुख। जिहड़े जोगी समाधियां ला के बह जांदे सी, असीं बड़े आनंद विच आ गए, सुख विच आ गए। सतगुरु पातशाह भटकाल जी आखदे ने, कहणगे झूठ है। समाधि का जो सुख लैना तो नाम नाल ही जुड़ना पेगा। रब्बी गुण ही आनंद देणगे। किवें? मेरे को ईमानदारी का गुण है। कोई मेरी दुकान से आंदा, मैं तो हक मारन लगदा, इक्को दम ईमानदारी नाल मैं उन्हें सही सौदा तोल के दे देना। हक नहीं उहदा मारदा। जिहड़ा उहनूं सौदा दे के मैनूं खुशी हुंदी, आनंद मिलदा है ना, वो मेरा प्रैक्टिकल आनंद है। वो आनंद लैण वास्ते मैनूं चौंकड़ा मार के अखां बंद करके नहीं बहना पैंदा, समाधि नहीं लैनी पैंदी। वो ऐसा आनंद है
कि मैं दुकानदारी काम करदियां भी लै सकदा वां, ਉਹ ਮੈਂ ਬੱਚਿਆਂ ਨੂੰ ਪੜ੍ਹਾਈ ਕਰਾਉਂਦਿਆਂ ਵੀ ਲੈ ਸਕਦਾ ਵਾਂ, ਉਹ ਮੈਂ ਸੜਕ ਤੇ ਮਿੱਟੀ ਵੀ ਪਾਉਂਦਾ ਹੋਵਾਂ ਤਾਂ ਵੀ ਆਨੰਦ ਲੈ ਸਕਦਾ, ਕਿਉਂਕਿ ਮੈਂ ਇਮਾਨਦਾਰੀ ਨਾਲ ਕੰਮ ਕਰ ਰਿਹਾ ਵਾਂ, ਮੈਂ ਸੱਚ ਬੋਲ ਰਿਹਾ ਤੇ ਆਨੰਦ ਲੈ ਰਿਹਾ ਵਾਂ, ਮੈਂ ਨਿਮਰਤਾ ਚ ਮਿੱਠੀ ਜ਼ੁਬਾਨ ਨਾਲ ਬੋਲ ਰਿਹਾ ਤੇ ਮੈਂ ਆਨੰਦ ਲੈ ਰਿਹਾ ਵਾਂ। ਰੱਬੀ ਗੁਣਾਂ ਦਾ ਆਨੰਦ, ਨਾਮ ਹੀ ਜਿਹੜਾ ਨਾ ਉਹ ਸਮਾਧੀ ਦਾ ਸੁੱਖ ਹੈ। ਭਾਵ ਜਿਹੜੇ ਜੋਗੀ ਜਤੀ ਜੰਗਲਾਂ ਪਹਾੜਾਂ ਚ ਸਮਾਧੀਆਂ ਲਾ ਕੇ ਬਹਿ ਜਾਂਦੇ ਸੀ, ਅਸੀਂ ਸੁੱਖ ਲੈ ਰਹੇ ਹਾਂ, ਆਨੰਦ ਲੈ ਰਹੇ ਹਾਂ। ਭੱਟਕਲ ਜੀ ਆਖਦੇ ਨੇ ਕਿ ਪ੍ਰਭੂ ਦਾ ਨਾਮ ਹੀ ਸਮਾਧੀ ਦਾ ਸੁੱਖ ਹੈ। ਇੱਥੇ ਅੱਖਾਂ ਬੰਦ ਕਰਕੇ ਬਹਿਣ ਦੀ ਲੋੜ ਨਹੀਂ ਪੈਂਦੀ। ਜਦੋਂ ਸਿੱਖ ਗੁਣਾ ਭਰਪੂਰ ਜ਼ਿੰਦਗੀ ਨੂੰ ਜਿਉਂਦਾ ਹੈ, ਉਹਦੇ ਹਰ ਕੰਮ ਵਿੱਚ ਰੱਬੀ ਗੁਣ ਝਲਕਦੇ ਨੇ, ਸਮਝ ਲਿਓ ਉਹ ਸਮਾਧੀ ਦਾ ਆਨੰਦ ਲੈ ਰਹੇ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਸੱਚ ਦੀ ਖਾਤਰ ਸ਼ਹਾਦਤ ਦੇ ਰਹੇ ਨੇ, ਸਮਾਧੀ ਲੱਗੀ ਉਹਨਾਂ ਦੀ, ਤਤੀ ਤਵੀ ਤੇ ਬੈਠੇ ਵੀ ਸਮਾਧੀ ਲੱਗੀ ਹੋਈ ਹੈ। ਉੱਥੇ ਸਮਾਧੀ ਲੱਗੀ ਦਾ ਮਤਲਬ ਅੱਖਾਂ ਬੰਦ ਕਰਕੇ ਨਹੀਂ ਬੈਠੇ, ਸੱਚ ਦੀ ਖਾਤਰ ਸ਼ਹਾਦਤ ਦੇ ਰਹੇ ਨੇ। ਉਹ ਜਿਹੜੀ ਸਮਾਧੀ ਹੈ ਨਾ, ਤਤੀ ਤਵੀ ਤੇ ਵੀ ਉਹਨਾਂ ਦੀ ਉਖੜੀ ਨਹੀਂ ਹੈਗੀ, ਉਬਲਦੀ ਦੇਗ ਚ ਉਬਾਲੇ ਖਾਂਦਿਆਂ ਵੀ ਨਹੀਂ ਉਖੜਦੀ। ਜਿਹੜੀਆਂ ਆਹ ਸਮਾਧੀਆਂ ਨੇ, ਜਰਾ ਕੋ ਭਾਂਡੇ ਖੜਕ ਜਾਣ ਸਮਾਧੀ ਟੁੱਟ ਜਾਂਦੀ ਹੈ। ਤੈਨੂੰ ਪਤਾ ਨਹੀਂ, ਮੈਂ ਬੈਠਾ ਸੀ ਧਿਆਨ ਦੇ ਵਿੱਚ, ਜਰਾ ਕੋਈ ਬੱਚੇ ਰੋਲਾ ਪਾ ਦੇਣ, ਉਹਨਾਂ ਦਿਵਾਲੇ ਹੋ ਜਾਂਦਾ, ਚਾਰ ਗਾਲਾਂ ਕੱਢਣ ਲੱਗ ਜਾਂਦਾ, ਸਮਾਧੀ ਦਾ ਸੁੱਕ ਉੱਡ ਜਾਂਦਾ ਹੈ। ਤੁਹਾਨੂੰ ਪਤਾ ਨਹੀਂ ਮੈਂ ਸਮਾਧੀ 'ਚ ਬੈਠਾ। ਇਹ ਸਮਾਧੀਆਂ ਟੁੱਟ ਜਾਂਦੀਆਂ ਨੇ। ਜਿਹੜੇ ਕੋਈ ਕਹੇ ਨਾ ਸਮਾਧੀ ਲਾਈ ਹੈ, ਜਰਾ ਕੁ ਜਿੰਨੀ ਉਹਨੂੰ ਸੂਈ ਖਵੋ ਕੇ ਦੇਖ ਲਓ, ਛਾਲ ਮਾਰ ਕੇ ਉੱਠੇਗਾ। ਕਿੱਥੇ ਗਿਆ ਸਮਾਧੀ ਦਾ ਆਨੰਦ? ਉਹ ਸਮਾਧੀਆਂ ਨਹੀਂ, ਉਹ ਝੂਠੀਆਂ ਨੇ। ਅਸਲੀ ਸਮਾਧੀ ਉਹ ਹੈ, ਗਰੀਬ ਦਾ ਹੱਕ ਮਾਰਨ ਲੱਗਿਆ ਹੱਥ ਪਿੱਛੇ ਖਿੱਚ ਲਿਆ। ਮੇਰੇ ਗੁਰੂ ਨੇ ਕਿਹਾ ਸੀ, ਹੱਕ ਪਰਾਇਆ ਨਾਨਕਾ ਉਸ ਸੂਰਸ ਗਾਏ, ਨਹੀਂ ਇਹਦਾ ਹੱਕ ਨਹੀਂ ਮਾਰਨਾ, ਸਹੀ ਸਮਾਨ ਨੂੰ ਦੇਣਾ, ਦਿੱਤਾ। ਉਹ ਜਦੋਂ ਆਨੰਦ ਆਇਆ ਨਾ ਇਮਾਨਦਾਰੀ ਦੀ ਕਮਾਈ ਕਰਕੇ, ਉਹ ਸਮਾਧੀ ਦਾ ਆਨੰਦ ਹੈ, ਉਹ ਨਹੀਂ ਟੁੱਟੇਗਾ, ਉਹ ਇੱਕ ਰਸ ਬਣਿਆ ਰਹੇਗਾ। ਰੱਬੀ ਗੁਣ ਹੀ ਸਮਾਧੀ ਦਾ ਸੁੱਖ ਨੇ, ਸਦਾ ਨਾਮ ਨਿਸ਼ਾਨ ਸੋ ਹੈ। ਇੱਥੇ ਨਾਮ ਦੇ ਮੰਮੇ ਨੂੰ ਔਂਕੜ ਨਹੀਂ ਆਈ, ਨਾਮ ਦੀ ਬਰਕਤ ਨਾਲ, ਨਾਮ ਨਾਲ, ਕਿਉਂਕਿ ਅੱਗੇ ਹੁਣ ਸੰਬੰਧਕ ਆ ਗਿਆ। ਪਿੱਛੇ ਨਾਮ ਦੇ ਸਾਰੇ ਦੇ ਔਂਕੜ ਆਈ ਹੈ, ਇੱਥੇ ਔਂਕੜ ਤਾਂ ਨਹੀਂ ਆਈ ਕਿਉਂਕਿ ਨਾਮ ਨਾਲ ਇੱਥੇ ਲੁਪਤ ਸੰਬੰਧਕ ਆ ਗਿਆ। ਨਿਸ਼ਾਨ ਸੋ ਹੈ, ਨਿਸ਼ਾਨ ਮੈਨੇ ਝੰਡਾ, ਨਾਮ ਦਾ ਝੰਡਾ ਸ਼ੋਭਾ ਦਿੰਦਾ ਹੈ। ਭਾਵ ਉਹਦੇ ਹਿਰਦੇ ਚ ਪ੍ਰਭੂ ਦੇ ਨਾਮ ਦੀ ਨਿਸ਼ਾਨੀ ਸ਼ੋਭਦੀ ਹੈ ਕਿ ਇਹਦੇ ਅੰਦਰ ਰੱਬ ਬੈਠਾ ਹੋਇਆ ਹੈ। ਆਹੀ ਝੰਡਾ ਸਾਡਾ ਹਿਰਦੇ ਦਾ, ਆਤਮਿਕ ਜੀਵਨ ਦਾ, ਕਿ ਨਾਮ ਸਾਡੇ ਜੀਵਨ ਨੂੰ ਨਿਸ਼ਾਨੀ ਦੇ ਕੇ ਪ੍ਰਗਟ ਕਰ ਦਿੰਦਾ ਹੈ। ਇਸ ਕਰਕੇ ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਨਾਮ ਦਾ ਝੰਡਾ, ਨਾਮ ਦੀ ਨਿਸ਼ਾਨੀ ਉਹਨੂੰ ਦੁਨੀਆ 'ਚ ਪ੍ਰਗਟ ਕਰ ਦਿੰਦਾ ਹੈ। ਕੋਈ ਗੁਰੂ ਨੂੰ ਪੂਜ ਕੇ ਤੇ ਦੇਖੇ, ਰੱਬ ਦੀ ਪੂਜਾ ਕਿਉਂ ਨਹੀਂ ਕਰਾਂਦਾ? ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ, ਫਿਰ ਹਰੀ ਉਹਦੀ ਕਰਾਂਦਾ ਹੈ। ਭਾਵ ਕਿਉਂ? ਉਹਦੇ ਅੰਦਰ ਹੁਣ ਨਾਮ ਦੀ ਨਿਸ਼ਾਨੀ ਲੱਗ ਗਈ, ਝੰਡਾ ਲੱਗ ਗਿਆ ਨਾਮ ਦਾ, ਹੁਣ ਦੁਨੀਆ 'ਚ ਪ੍ਰਗਟ ਹੋ ਗਿਆ। ਨਿਸ਼ਾਨੀ ਜਿਹੜੀ ਹੈ ਪ੍ਰਗਟ ਕਰਦੀ ਕਿਸੇ ਥਾਂ ਨੂੰ ਵੀ। ਨਿਸ਼ਾਨ ਸਾਹਿਬ ਮੈਨੇ ਇੱਥੇ ਗੁਰਦੁਆਰਾ ਹੈ, ਜਿਹਦੇ ਅੰਦਰ ਨਾਮ ਦੀ ਨਿਸ਼ਾਨੀ ਜਾਗ ਜਾਂਦੀ ਹੈ, ਦੁਨੀਆ 'ਚ ਪ੍ਰਗਟ ਹੋ ਜਾਂਦਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਇਸੇ ਤਰ੍ਹਾਂ ਦੁਨੀਆ 'ਚ ਪ੍ਰਗਟ ਹੋਏ। ਰੰਗ ਰਤੋ ਨਾਮ ਸਿਉ ਕਲ, ਨਾਮ ਸੁਰ ਨਰਹਿ ਬੋਹਿ। ਇੱਥੇ ਬੋਹਿ ਮੈਨੇ ਸੁਗੰਧਿਤ ਕਰਦਾ ਹੈ, ਸੁਰ ਦੇਵਤੇ, ਨਰਹਿ ਮੈਨੇ ਮਨੁੱਖਾਂ ਨੂੰ। ਰੰਗ ਰਤੋ ਨਾਮ ਸਿਉ, ਨਾਮ ਦੀ ਬਰਕਤ ਦੇ ਨਾਲ, ਹੇ ਕਲ ਸਹਾਰ ਪਟ, ਹਰੀ ਨਾਮ ਦੀ ਬਰਕਤ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਰੰਗ ਵਿੱਚ ਰਮੇ ਹੋਏ ਨੇ। ਤੇ ਇਹ ਨਾਮ ਕੀ ਕਰਦਾ ਹੈਗਾ? ਨਾਮ ਸੁਰ ਨਰਹਿ ਬੋਹਿ। ਇੱਥੇ ਅਰਥ ਤੇ ਇਹ ਕੀਤੇ ਹੋਏ ਨੇ ਕਿ ਦੇਵਤਿਆਂ ਨੂੰ ਵੀ ਸੁਗੰਧਿਤ ਕਰਦਾ ਹੈ, ਮਨੁੱਖਾਂ ਨੂੰ ਵੀ। ਇਹਦਾ ਮਤਲਬ ਦੇਵਤੇ ਵੱਖਰੇ ਨੇ, ਮਨੁੱਖ ਵੱਖਰੇ ਨੇ। ਪਰ ਇੱਥੇ ਅਰਥ ਇਹ ਹੈ ਵੀ ਹਰ ਇੱਕ ਮਨੁੱਖ ਨੂੰ ਨਾਮ ਸੁਗੰਧੀ ਨਹੀਂ ਦਿੰਦਾ, ਹਰ ਇੱਕ ਨੂੰ ਨਾਮ ਚੰਗਾ ਨਹੀਂ ਲੱਗਦਾ। ਸਾਕਤ ਤੇ ਨਾਮ ਏਦਾਂ ਲੱਗਦਾ ਜਿਵੇਂ ਬਿੱਛੂ ਡੰਗ ਮਾਰਦਾ ਹੈ। ਸਾਕਤ ਨੂੰ ਤੇ ਨਾਮ ਬਿੱਛੂ ਦੇ ਡੰਗ ਦੀ ਤਰ੍ਹਾਂ ਲੱਗਦਾ ਹੈ। ਅੰਮ੍ਰਿਤ ਕੌੜਾ, ਵਿਖਿਆ ਮਿੱਠੀ, ਸਾਕਤ ਕੀ ਵਿਦਨੈਨੋ ਡਿਠੀ, ਕੂੜ ਕਪਟ ਅਹੰਕਾਰ ਹੀ ਜਾਨਾ, ਨਾਮ ਸੁਨਤ ਜਨ ਬਿੱਛੂ ਡਸਾਨਾ। ਨਾਮ ਦੀ ਸੁਗੰਧੀ ਕਿਹਨਾਂ ਨੂੰ ਚੰਗੀ ਲੱਗਦੀ ਹੈ? ਜਿਹੜੇ ਦੈਵੀ ਗੁਣਾਂ ਵਾਲੇ ਮਨੁੱਖ ਨੇ, ਸੁਰ ਨਰੈ, ਜਿਹੜੇ ਦੈਵੀ ਗੁਣਾਂ ਵਾਲੇ ਨਰ ਨੇ। ਭਾਵ ਚੰਗੇ ਮਨੁੱਖਾਂ ਨੂੰ ਨਾਮ ਦੀ ਸੁਗੰਧੀ ਮਿਲਦੀ ਹੈ। ਜਿਹੜੇ ਔਗਣਾਂ ਨਾਲ ਭਰੇ, ਰੱਬ ਨਾਲ ਟੁੱਟੇ ਸਾਕਤ ਹੁੰਦੇ ਨੇ, ਉਹਨਾਂ ਨੂੰ ਨਾਮ ਬਿੱਛੂ ਦੀ ਤਰ੍ਹਾਂ ਡੰਗ ਮਾਰਦਾ ਹੈ। ਜਿਹੜੇ ਸੁਰ ਨਰ ਹੈਗੇ ਨੇ, ਦੈਵੀ ਗੁਣਾਂ ਵਾਲੇ ਨਰ ਹੈਗੇ ਨੇ, ਸ਼ੁਭ ਗੁਣਾਂ ਨਾਲ ਭਰਪੂਰ ਇਨਸਾਨ ਨੇ, ਉਹਨਾਂ ਇਨਸਾਨਾਂ ਨੂੰ ਨਾਮ ਦੀ ਸੁਗੰਧੀ ਫਿਰ ਸੁਗੰਧਿਤ ਕਰ ਦਿੰਦੀ ਹੈ। ਇਹ ਨਾਮ ਦੈਵੀ ਗੁਣਾਂ ਵਾਲੇ, ਗੁਣਾਂ ਨਾਲ ਭਰਪੂਰ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰੱਬ ਲੋਏ, ਦਰਸ਼ਨ ਪਰਸੈ ਗੁਰੂ ਕੈ, 68 ਮੱਜਨ ਹੋਏ। ਨਾਮ ਪਰਸ, ਇੱਥੇ ਨਾਮ ਦੇ ਮੰਮੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਲੁਪਤ ਆ ਗਿਆ ਸੰਬੰਧਕ ਦੀ। ਨਾਮ ਦੀ ਛੋਹ ਨਾਲ, ਨਾਮ ਦੇ ਪਰਸਨ ਦੇ ਨਾਲ, ਜਿਨ ਪਾਇਓ,
जिसने प्राप्त कर लिया। सत प्रगट्यो रब लोए। सत भाव धर्म रूप, रब माने सूरज, इत्थे रब माने सूरज, लोए माने लुकाई विच, सृष्टि दे विच। जिस मनुख ने नाम दी छो गुरु अंगद देव पातशाह तो प्राप्त कर ली, ਉਹਦੇ अंदर सत धर्म सूरज की तरह चमक उठिया। भाव ਉਹਦੇ जीवन ਦੇ ਵਿੱਚ सच ਤੇ धर्म आ गया। दर्शन परसे है गुरु कै 68 मजन होए। गुरु दे दर्शन करन नाल, गुरु दे चरण ਨੂੰ स्पर्शन करन दे नाल 68 68 तीर्थां दा मज्जन नन्ने नौकड़ा की इशनान होए मने हो जाता है। ਉਹਦਾ 68 तीर्थां दा इशनान हो जाता है, ਜਿਹੜਾ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ, ਸਪਰਸ਼ਦਾ ਹੈ। ਅੱਜ ਸਰੀਰਕ ਜਾਮੇ ਦੇ ਵਿੱਚ ਸਾਡੇ ਪਾਸ ਗੁਰੂ ਅੰਗਦ ਦੇਵ ਪਾਤਸ਼ਾਹ ਨਹੀਂ ਹਨ। ਅੱਜ ਕਿਵੇਂ ਦਰਸ਼ਨ ਕਰਾਂਗੇ, ਕਿਵੇਂ ਪਰਸਾਂਗੇ? ਦਰਸ਼ਨ ਦਾ ਅਰਥ ਹੁੰਦਾ ਹੈ ਦੇਖਣਾ ਨਹੀਂ। ਦਰਸ਼ਨ ਦਾ ਮਤਲਬ ਹੁੰਦਾ ਹੈ ਸਿਧਾਂਤ। ਜਿਵੇਂ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਦੇ ਵਿਚਕਾਰ ਬੈਠੇ ਨੇ ਤੇ ਸਿੱਧ ਜੋਗੀ ਆਪਸ ਵਿੱਚ ਗੱਲਾਂ ਕਰ ਰਹੇ ਨੇ। ਆ ਜਿਹੜਾ ਬੱਚਾ ਨਾਨਕ ਹੈ ਨਾ, ਜੇ ਕਿਤੇ ਸਾਡਾ ਦਰਸ਼ਨ ਕਰ ਲਵੇ, ਸਾਡਾ ਧਰਮ ਪੂਰੀ ਦੁਨੀਆ 'ਚ ਫੈਲਾ ਦੇਗਾ। ਜੇ ਜੋਗੀ ਬਣ ਜਾਏ ਨਾ, ਐਡਾ ਜ਼ਹੀਨ ਦਿਮਾਗ ਹੈ ਇਹਦਾ, ਸਾਡੇ ਜੋਗ ਮਤ ਨੂੰ ਦੁਨੀਆ 'ਚ ਫੈਲਾ ਸਕਦਾ ਹੈ। ਸਿੱਧੀ ਮਨੇ ਵਿਚਾਰਿਆ ਕਿ ਮੈਂ ਦਰਸ਼ਨ ਇਹ ਲੇਵੇ ਵਾਲਾ, ਇਹ ਜਿਹੜਾ ਕੋਲ ਬੈਠਾ ਉਹ ਨਹੀਂ, ਇਹ ਜਿਹੜਾ ਵਿਚਕਾਰ ਸਾਡੇ ਬੈਠਾ ਕਿਵੇਂ ਦਰਸ਼ਨ ਇਹ ਲੇਵੇ ਵਾਲਾ। ਵਾਲਾ ਮੈਨੇ ਛੋਟੀ ਉਮਰ ਵਾਲਾ। ਸਿੱਧਾਂ ਦੀ ਉਮਰਾਂ 80 ਸਾਲ 90 ਸਾਲ 100 ਸਾਲ ਟੱਪੀਆਂ ਹੋਈਆਂ ਸੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਉਮਰ 32 ਕੁ ਸਾਲ ਸੀ ਉਦੋਂ। ਆ ਜਿਹੜਾ ਬਾਲਾ ਹੈ ਨਾ, ਕਿਵੇਂ ਸਾਡਾ ਦਰਸ਼ਨ ਕਰੇ? ਇਹ ਬੱਚਾ ਸਾਡੀਆਂ ਨਜ਼ਰਾਂ 'ਚ ਤੇ ਬੱਚਾ ਹੀ ਹੈ ਨਾ। ਕਿਵੇਂ ਦਰਸ਼ਨ ਇਹ ਲੇਵੇ ਵਾਲਾ, ਐਸਾ ਜੋਗੀ ਕਲੀ ਮਾਏ ਹਮਰਾ ਪੰਥ ਕਰਿਆ ਉਜਾਲਾ। ਦੁਨੀਆ 'ਚ ਸਾਡਾ ਪੰਥ ਫੈਲਾ ਦੇਗਾ। ਹੁਣ ਗੁਰੂ ਨਾਨਕ ਪਾਤਸ਼ਾਹ ਦੇਖ ਤੇ ਰਹੇ ਨੇ ਉਹਨਾਂ ਨੂੰ, ਪਰ ਉਹਨਾਂ ਦਾ ਦਰਸ਼ਨ ਨਹੀਂ ਕਰ ਰਹੇ। ਦਰਸ਼ਨ ਮੈਨੇ ਸਿਧਾਂਤ। ਇਹੀ ਕਾਰਨ ਸਨਾਤਨ ਮਤ ਦੇ 6 ਸ਼ਾਸਤਰਾਂ ਨੂੰ 6 ਦਰਸ਼ਨ ਵੀ ਕਿਹਾ ਜਾਂਦਾ ਹੈ। 6 ਦਰਸ਼ਨ ਮੈਨੇ ਸਿਧਾਂਤ। ਜਿਹਨੇ ਗੁਰੂ ਦਾ ਦਰਸ਼ਨ ਕਰਨਾ ਹੈ, ਉਹਨੂੰ ਗੁਰੂ ਦੇ ਸਿਧਾਂਤ ਨਾਲ ਜੁੜਨਾ ਪੈਣਾ। ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਉਚਾਰੀ, ਕਹਿਣ ਲੱਗੇ ਦੇਖਦਾ ਰਿਹਾ ਮੈਂ ਅੱਜ ਤੱਕ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਕੁੜਮ ਜੋ ਸੀ ਪਰ ਦਰਸ਼ਨ ਨਹੀਂ ਸੀ ਕੀਤੇ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵੇ ਚਿੱਤਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਨੂੰ ਸਭ ਕੋ ਲੋਚਦਾ ਜੇਤਾ ਦਰਸ਼ਨ, ਜੇਤਾ ਜਗਤ ਸਭ ਲੋਏ। ਬਿਨ ਭਾਗਾਂ ਦਰਸ਼ਨ ਨਾ ਥੀਏ। ਦੇਖਦੇ ਸਾਰੇ ਸੀ, ਭਾਗਾਂ ਤੋਂ ਬਿਨਾਂ ਦਰਸ਼ਨ ਨਹੀਂ ਸੀ। ਪਰ ਬਿਨ ਭਾਗਾਂ ਦਰਸ਼ਨ ਨਾ ਥੀਏ। ਭਾਗਹੀਣ ਬਹਿ ਰੋਏ। ਮੰਦੇ ਭਾਗਾਂ ਵਾਲੇ ਗੁਰੂ ਨੂੰ ਦੇਖ ਕੇ ਰੋਂਦੇ ਹੀ ਉੱਠ ਕੇ ਆ ਜਾਂਦੇ ਸੀ, ਕਿਉਂਕਿ ਦਰਸ਼ਨ ਨਹੀਂ ਸੀ ਕਰਦੇ। ਤੇ ਦਰਸ਼ਨ ਹੁੰਦਾ ਹੈ ਗੁਰੂ ਦੇ ਸਿਧਾਂਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮੈਂ ਤੇਰੇ ਸਿਧਾਂਤ ਨਾਲ ਜੁੜ ਕੇ ਜਿਉਂਦਾ ਹਾਂ। ਜਿਹਨੇ ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਉਹਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਿਧਾਂਤ, ਵਿਚਾਰਧਾਰਾ, ਅਸੂਲ, ਨਿਯਮਾਂ ਦੇ ਨਾਲ ਜੁੜਨਾ ਪਏਗਾ। ਜਿਹਨੇ ਗੁਰੂ ਨੂੰ ਛੋਣਾ ਹੈ, ਉਹਨੂੰ ਬਾਣੀ ਨੂੰ ਹਿਰਦੇ 'ਚ ਛੁਆਣਾ ਪਏਗਾ। ਜਿੱਦਣ ਬਾਣੀ ਹਿਰਦੇ 'ਚ ਛੋ ਜਾਏਗੀ, ਗੁਰੂ ਦੇ ਚਰਨ ਪਰਸ ਜਾਣਗੇ। ਗੁਰੂ ਕਾ ਸ਼ਬਦ ਗੁਰ ਚਰਨ ਹੈ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ। ਸ਼ਬਦ ਹਿਰਦੇ 'ਚ ਆ ਗਿਆ, ਸਮਝ ਲਓ ਗੁਰੂ ਨੇ ਚਰਨ ਪਾ ਦਿੱਤੇ। ਦਰਸ਼ਨ ਪਰਸਿਆ ਗੁਰੂ ਕੈ 68 ਮੱਜਨ ਹੋਏ। ਸਮਝ ਲਿਓ ਉਹਨੂੰ ਬਾਹਰਲੇ ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ। 68 ਤੀਰਥਾਂ ਦਾ ਹੀ ਅੰਦਰ ਹੀ ਇਸ਼ਨਾਨ ਹੋ ਜਾਂਦਾ ਹੈ। ਅੰਤਰਗਤ ਤੀਰਥ ਮਲ ਲਾਓ, ਸਾਰੇ ਵਿਕਾਰ ਅੰਦਰੋਂ ਹੀ ਸਾਰੇ ਕੱਟੇ ਜਾਂਦੇ ਹਨ। 8 ਸਵਈਆਂ ਦੀ ਵਿਚਾਰ ਇੱਥੇ ਤੱਕ ਹੋ ਗਈ ਹੈ। 2 ਸਵਈਏ ਪਟ ਕਲਸਹਾਰ ਜੀ ਦੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਦੇ ਵਾਕੀ ਨੇ, ਉਹ ਅਸੀਂ ਅਗਲੀ ਕਲਾਸ ਦੇ ਵਿੱਚ ਵਿਚਾਰਾਂਗੇ। ਮੇਰੇ ਪਾਸੋਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਖਿਮਾ ਕਰਨੀ ਆ ਜੀ। ਹਾਂਜੀ 6 ਮਿੰਟ ਹੋਰ। ਮੈਂ ਸਮਝਿਆ ਨਹੀਂ, ਕੁਝ ਲਿਖਿਆ ਆਇਆ ਸੀ ਮੈਸੇਜ ਅੱਗੇ, ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਿਆ। ਅਗਲੀ ਵਾਰੀ ਕਰ ਲਾਂਗੇ। ਜੋ 6 ਦਰਸ਼ਨਾਂ ਦੀ ਗੱਲ ਵੀ, ਕਿਹੜੇ ਕਿਹੜੇ 6 ਦਰਸ਼ਨ ਹੈ? ਅੱਛਾ ਅੱਛਾ ਅੱਛਾ, ਹਾਂਜੀ ਠੀਕ ਹੈ। ਇਹ ਜਿਹੜੇ 6 ਦਰਸ਼ਨ ਹੈਗੇ ਨੇ, 6 ਸ਼ਾਸਤਰ, ਇਹ ਸਨਾਤਨ ਮਤ ਦੇ 6 ਗ੍ਰੰਥ ਨੇ। ਜਿਵੇਂ ਮੰਨੋ ਅਸੀਂ ਪੜ੍ਹਦੇ ਹੈਗੇ ਆ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ ਤੇ 108 ਉਪਨਿਸ਼ਦਾਂ। ਇਹਦੇ ਵਿੱਚੋਂ ਜਿਹੜੇ 6 ਸ਼ਾਸਤਰ ਨੇ, ਉਹ 6 ਰਿਸ਼ੀਆਂ ਦੇ ਲਿਖੇ ਹੋਏ ਨੇ। ਇੱਕ ਹੈਗਾ ਵਿਸ਼ੇਸ਼ਕ, ਇੱਕ ਹੈਗਾ ਨਿਆਏ, ਇੱਕ ਹੈਗਾ ਸਾਂਖ, ਇੱਕ ਮੀਮਾਂਸਾ, ਇੱਕ ਯੋਗ ਤੇ ਇੱਕ ਵਿਦਾਂਤ। ਇਹਦੇ ਵਿੱਚੋਂ ਜਿਹੜਾ ਵਿਸ਼ੇਸ਼ਕ ਹੈਗਾ ਤੇ ਨਿਆਏ ਹੈਗਾ ਤੇ ਸਾਂਖ ਹੈਗਾ, ਵਿਸ਼ੇਸ਼ਕ ਲਿਖਿਆ ਹੈਗਾ ਕਨਾਦ ਮੁਨੀ ਨੇ, ਕਨਾਦ ਮੁਨੀ ਇਹਦਾ ਨਾਮ ਹੈ। ਨਿਆਏ ਲਿਖਿਆ ਹੈਗਾ ਗੌਤਮ ਮੁਨੀ ਨੇ, ਗੌਤਮ ਰਿਸ਼ੀ ਨੇ। ਸਾਂਖ ਸ਼ਾਸਤਰ ਜਿਹੜਾ ਹੈਗਾ ਉਹ ਲਿਖਿਆ ਕਪਲ ਮੁਨੀ ਨੇ। ਜਿਹੜਾ ਯੋਗ ਸ਼ਾਸਤਰ ਹੈ ਉਹ ਪਤੰਜਲੀ ਨੇ ਲਿਖਿਆ ਹੈ। ਜਿਹੜਾ ਮੀਮਾਂਸਾ ਹੈਗਾ ਉਹ ਜੈਮਿਨੀ ਨੇ ਲਿਖਿਆ ਹੈ। ਜਿਹੜਾ ਵਿਦਾਂਤ ਹੈਗਾ ਉਹ ਆਚਾਰੀਆ ਵੇਦ ਵਿਆਸ ਨੇ ਲਿਖਿਆ ਹੈ। ਥੋੜੀ ਜਿਹੀ ਮੈਂ ਦੀ ਹੋਰ ਵਿਆਖਿਆ ਦੱਸ ਦਵਾਂ। ਇਹਦੇ ਵਿੱਚੋਂ ਜਿਹੜਾ ਵਿਸ਼ੇਸ਼ਕ, ਨਿਆਏ ਤੇ ਸਾਂਖ ਹੈਗਾ ਨਾ,
ਇਹ ਪ੍ਰਗਟ ਰੂਪ ਵਿੱਚ ਜੂਨਾਂ ਦੀਆਂ ਗੱਲਾਂ ਕਰਦੇ ਨੇ। ਆਤਮਾ ਨਿਕਲ ਕੇ ਦੂਜੇ ਸਿਰ 'ਚ ਵੜ ਜਾਂਦੀ, ਤੀਜੇ 'ਚ, ਪਸ਼ੂਆਂ 'ਚ, ਕਰਦਿਆਂ ਕਰਦਿਆਂ ਲੱਖਾਂ ਜੂਨਾਂ ਭੋਗ ਕੇ ਫਿਰ ਇਨਸਾਨ। ਇਹ ਵੈਸ਼ੇਸ਼ਿਕ ਨਿਆਂ ਤੇ ਸਾਂਖਿਅ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ। ਜਿਹੜਾ ਮੀਮਾਂਸਾ ਯੋਗ ਤੇ ਵਿਦਾਂਤ ਹੈਗਾ, ਉਹਦੇ ਵਿੱਚ ਇਹ ਨਹੀਂ ਲਿਖਿਆ, ਜੂਨਾਂ ਚੋਂ ਲਿਖਦਾ ਆਤਮਾ ਭਟਕਦੀ ਹੈ, ਮਿਲ ਜਾਂਦੀ, ਭਟਕਦੀ ਮਿਲ ਜਾਂਦੀ, ਉਹਨਾਂ ਦਾ ਇਹ ਮਤ ਹੈਗਾ। ਇਹਦੇ ਉੱਤੇ ਇਲਾਵਾ ਜਿਹੜਾ ਨਿਆਂ ਸ਼ਾਸਤਰ ਹੈ, ਇਹਨਾਂ 6 ਸ਼ਾਸਤਰਾਂ ਦੇ ਵਿੱਚੋਂ ਨਿਆਂ ਸ਼ਾਸਤਰ ਸਭ ਤੋਂ ਜ਼ਿਆਦਾ ਕਮਾਲ ਦਾ ਹੈ। ਇਹਦੇ ਵਿੱਚ ਉਕਤੀਆਂ ਨੇ, ਇਹ 'ਚ ਤਰਕ ਨੇ, ਇਹ 'ਚ ਦਲੀਲਾਂ ਨੇ। ਨਿਆਂ ਦਾ ਮਤਲਬ ਹੀ ਤਰਕ ਹੁੰਦਾ ਵੈ, ਯੁਕਤੀ ਹੁੰਦਾ ਵੈ। ਜਿਹੜਾ ਗੌਤਮ ਰਿਸ਼ੀ ਦਾ ਨਿਆਂ ਸ਼ਾਸਤਰ ਹੈ, ਇਹ ਪੜ੍ਹਨ ਵਾਲਾ ਤੁਸੀਂ ਕਦੀ ਪੜ੍ਹਿਓ, ਮੇਰੇ ਕੋਲ ਇੱਥੇ ਸਾਰੇ ਪਏ ਨੇ, ਪਿੱਛੇ ਲਾਇਬ੍ਰੇਰੀ ਕਿਤਾਬਾਂ ਪਈਆਂ ਨੇ, ਉਹਦੇ 'ਚ 6 ਸ਼ਾਸਤਰ ਸਾਰੇ ਪਏ ਹੋਏ ਨੇ। ਮੈਂ ਤੁਹਾਨੂੰ ਕਹੋ ਤੇ ਹੁਣੇ ਦਿਖਾ ਵੀ ਦਿੰਦਾ ਵਾਂ। ਤੇ ਇਹ ਜਿਹੜੇ 6 ਸ਼ਾਸਤਰ ਨੇ, ਇਹ 6 ਸ਼ਾਸਤਰਾਂ ਦੇ ਵਿੱਚੋਂ ਨਿਆਂ ਸ਼ਾਸਤਰ ਜਿਹੜਾ ਹੈ ਉਹ ਗੌਤਮ ਰਿਸ਼ੀ ਦਾ ਲਿਖਿਆ ਹੋਇਆ ਵੈ। ਤੇ ਗੌਤਮ ਰਿਸ਼ੀ ਨੇ ਬਹੁਤ ਸਾਰੇ ਨਿਆਂ, ਬਹੁਤ ਸਾਰੀਆਂ ਉਕਤੀਆਂ ਜਿਹੜੀਆਂ ਨੇ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ। ਇਸੇ ਤਰ੍ਹਾਂ ਹੀ ਇਹ ਹੈਗਾ ਵਿਸ਼ਾਸ਼ਿਕ ਦਰਸ਼ਨ ਜਿਹੜਾ ਵੈ, ਇਹ ਕਣਾਦ ਮੁਨੀ ਦਾ ਲਿਖਿਆ ਹੋਇਆ ਵੈ। ਥੱਲੇ ਕਣਾਦ ਵੀ ਦਾ ਨਾਮ ਲਿਖਿਆ ਹੈਗਾ, ਮਹਾਰਿਸ਼ੀ ਕਣਾਦ, ਇਹ ਇਹਦਾ ਲਿਖਿਆ ਹੋਇਆ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਜਿਹੜਾ ਵਿਦਾਂਤ ਹੈਗਾ ਵੈ, ਇਹ ਮਹਾਰਿਸ਼ੀ ਵਿਆਸ ਦਾ ਲਿਖਿਆ ਹੋਇਆ ਵੈ। ਇਹ ਵਿਦਾਂਤ ਦਰਸ਼ਨ ਹੈ। ਦੇਖੋ ਦਰਸ਼ਨ ਲਿਖਿਆ ਇੱਥੇ, ਦਰਸ਼ਨ ਮੈਨੇ ਸਿਧਾਂਤ, ਇਹਨਾਂ ਦਾ ਸਿਧਾਂਤ ਹੈ ਇਹ। ਫਿਰ ਅਸੀਂ ਪੜ੍ਹਦੇ ਹਾਂ ਸਾਂਖਿਆ ਦਰਸ਼ਨ, ਇਹ ਮਹਾਰਿਸ਼ੀ ਕਪਲ ਦਾ ਲਿਖਿਆ ਹੋਇਆ ਵੈ, ਸਾਂਖਿਆ। ਇਸੇ ਤਰ੍ਹਾਂ ਵੈਸ਼ੇਸ਼ਿਕ ਦਰਸ਼ਨ ਹੈਗਾ ਵੈ, ਇਹ ਕਣਾਦ ਦਾ ਹੈਗਾ ਵੈ। ਫਿਰ ਆ ਨਿਆਂ ਦਰਸ਼ਨ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ, ਗੌਤਮ ਰਿਸ਼ੀ ਦਾ ਲਿਖਿਆ ਨਿਆਂ ਦਰਸ਼ਨ। ਇਹ ਇੰਨੀ ਜ਼ਬਰਦਸਤ ਇਹ ਪੋਥੀ ਹੈਗੀ ਹੈ ਇਹਨਾਂ ਦੀ, ਜਿਹਦੇ ਵਿੱਚ ਤਰਕ, ਯੁਕਤੀਆਂ, ਦਲੀਲਾਂ ਦਿੱਤੀਆਂ ਹੋਈਆਂ ਨੇ, ਬਾ ਕਮਾਲ ਨੇ। ਇਹਦੇ ਵਿੱਚੋਂ ਇੱਕ ਜਿਹੜਾ ਵਿਦਾਂਤ ਬੜਾ ਮਸ਼ਹੂਰ ਹੈ, ਵਿਦਾਂਤ ਦੇ ਬਾਰੇ ਮੈਂ ਥੋੜਾ ਜਿਹਾ ਦੱਸ ਦਿਆਂ। ਅੱਜ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਆਪਣੇ ਆਪ ਨੂੰ ਵਿਦਾਂਤੀ ਖਵਾ ਕੇ ਖੁਸ਼ ਨੇ, ਤੇ ਜੇ ਉਹਨਾਂ ਨੂੰ ਗ੍ਰੰਥੀ ਕਹਿ ਦੋ ਨਾ, ਮੱਥੇ ਤੇ ਤੂੜੀਆਂ ਪੈ ਜਾਂਦੀਆਂ ਨੇ। ਅਸੀਂ ਗ੍ਰੰਥੀ, ਅਸੀਂ ਤੁਹਾਨੂੰ ਭਾਈ ਨਜ਼ਰ ਆਉਂਦੇ ਆ, ਸਾਨੂੰ ਕਹੋ ਵਿਦਾਂਤੀ ਸਾਹਿਬ। ਵਿਦਾਂਤੀ ਅਖਵਾਣ ਚੋਂ ਮਾਣ ਮਹਿਸੂਸ ਕਰਦੇ ਨੇ, ਤੇ ਗ੍ਰੰਥੀ ਅਖਵਾਣ ਦੇ ਵਿੱਚ ਉਹ ਅਪਮਾਨ ਮਹਿਸੂਸ ਕਰਦੇ ਨੇ। ਉਹ ਸੋਚਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੈ ਵਿਦਾਂਤ, ਗੁਰੂ ਗ੍ਰੰਥ ਸਾਹਿਬ ਤੇ ਛੋਟੇ ਨੇ, ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਕਿਉਂ ਬਣਨਾ ਅਸੀਂ ਤੇ ਵਿਦਾਂਤ। ਤੇ ਗੁਰੂ ਗ੍ਰੰਥ ਸਾਹਿਬ ਕਿੱਡਾ ਵੱਡਾ ਤੁਸੀਂ ਸਭ ਨੇ ਦਰਸ਼ਨ ਕੀਤੇ ਨੇ, ਤੇ ਵਿਦਾਂਤ ਕਿੰਨਾ ਵੱਡਾ ਹੈ, ਇਹ ਅਰਥਾਂ ਸਮੇਤ ਹੈ। ਸੋਚੋ, ਅਰਥਾਂ ਸਮੇਤ ਹੈ, ਵਿਆਖਿਆ ਸਮੇਤ ਹੈ, ਪਦ ਅਰਥ ਸਾਰਾ ਕੁਝ ਹੈ। ਜੇ ਅਸੀਂ ਇਹਨੂੰ ਮਿਲਾਓ ਤੇ ਜਪਜੀ ਸਾਹਿਬ ਜਿੰਨਾ ਇਹ ਬਣ ਜਾਂਦਾ ਹੈ ਦਰਸ਼ਨ, ਨਿਆਂ ਸ਼ਾਸਤਰ ਜਪਜੀ ਸਾਹਿਬ ਜਿੰਨਾ। ਜਪਜੀ ਸਾਹਿਬ ਜਿੰਨਾ ਜਿਹੜਾ ਦਰਸ਼ਨ ਸ਼ਾਸਤਰ ਹੈਗਾ ਵੈ, ਨਿਆਂ ਸ਼ਾਸਤਰ ਜਿਹੜਾ ਹੈਗਾ ਵੈ, ਉਹਨੂੰ ਤੇ ਅਸੀਂ ਮਾਣ ਮਹਿਸੂਸ ਕਰਦੇ ਆ ਵੀ ਮੈਂ ਤੇ ਜੀ ਇਹ ਕਿਤਾਬ ਨੂੰ ਪੜ੍ਹਿਆ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾਲ ਖਜ਼ਾਨਾ, ਉਹ ਪੜ੍ਹ ਕੇ ਗ੍ਰੰਥੀ ਬਣਨਾ ਅਸੀਂ ਅਪਮਾਨ ਮਹਿਸੂਸ ਕਰਦੇ ਹਾਂ। ਵਿਦਾਂਤੀ ਨੂੰ ਕਿਸੇ ਨੂੰ ਜਾ ਕੇ ਕਹਿ ਕੇ ਦੇਖੋ ਗ੍ਰੰਥੀ ਸਿੰਘ ਜੀ, ਮੱਥੇ ਤੂੜੀਆਂ ਪੈ ਜਾਣਗੀਆਂ। ਪਰ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਨ ਹੈ। ਸਿੱਖ ਨੂੰ ਗ੍ਰੰਥੀ ਕਹਿਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਵੀ ਮੈਂ ਗ੍ਰੰਥੀ ਹਾਂ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਤੇ ਵਿਦਾਂਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈਗਾ। ਇਸ ਕਰਕੇ ਸਿੱਖ ਨੂੰ ਤੇ ਆਪਣੇ ਆਪ ਨੂੰ ਵਿਦਾਂਤੀ ਕਦੀ ਕਹਿਣਾ ਹੀ ਨਹੀਂ ਚਾਹੀਦਾ ਜੀ ਬਾਬਿਆਂ ਨੇ ਜੀ ਮੈਨੂੰ ਤਖੱਲਸ ਦਿੱਤਾ, ਰੁਤਬਾ ਦਿੱਤਾ, ਮੈਂ ਵਿਦਾਂਤੀ ਨਹੀਂ। ਸਿੱਖ ਨੂੰ ਵਿਦਾਂਤੀ ਨਹੀਂ ਕਹਿਣਾ ਚਾਹੀਦਾ, ਕਿਉਂਕਿ ਗੁਰਮੁਖ ਤੇ ਵਿਦਾਂਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਕਿਹੜਾ ਫਰਕ ਹੈ? ਵਿਦਾਂਤ ਦਾ ਇਹ ਮਤ ਹੈ ਵੀ ਜੋ ਕੁਝ ਅਸੀਂ ਦੇਖ ਰਹੇ ਹਾਂ ਨਾ, ਇਹ ਸਾਰਾ ਅੱਖਾਂ ਦਾ ਭੁਲੇਖਾ ਹੈ, ਭਰਮ ਹੈ, ਛਲ ਹੈ, ਕੁਛ ਵੀ ਨਹੀਂ ਹੈਗਾ। ਨਾ ਇਹ ਜਿੱਥੇ ਮੈਂ ਬੈਠਾ ਹੋਇਆ ਇਹ ਚੇਅਰ ਵੀ ਨਹੀਂ ਹੈ, ਸੋਫਾ ਵੀ ਨਹੀਂ ਹੈ, ਬੈੱਡ ਵੀ ਨਹੀਂ ਹੈ, ਕੁਛ ਵੀ ਨਹੀਂ। ਜਾਂ ਜਿੱਥੇ ਮੇਰੇ ਸਾਹਮਣੇ ਲੈਪਟਾਪ ਹੈ, ਕੈਮਰਾ ਹੈ, ਫੋਨ ਹੈ, ਸਭ ਕੁਛ ਵੀ ਨਹੀਂ ਹੈ। ਮੈਂ ਸਰੀਰ ਹਾਂ, ਮੈਂ ਨਹੀਂ ਹਾਂ। ਵਿਦਾਂਤ ਦਾ ਮਤਲਬ ਹੈ ਜੋ ਕੁਝ ਨਜ਼ਰ ਆ ਰਿਹਾ ਹੈ ਉਹ ਅੱਖਾਂ ਦਾ ਕੇਵਲ ਧੋਖਾ ਹੈ, ਛਲ ਹੈ, ਕਪਟ ਹੈ, ਅਸਲੀਅਤ ਕੁਛ ਨਹੀਂ ਹੈ, ਛਲਾਵਾ ਹੈਗਾ ਵੈ। ਇਹ ਮਾਇਆ ਨਗਰੀ ਹੈ। ਇਹ ਵਿਦਾਂਤ ਦਾ ਬੇਸ ਹੈ। ਤੇ ਜੇ ਕੋਈ ਇਦਾਂ ਦਾ ਵਿਦਾਂਤੀ ਗੱਲ ਕਵੇ ਨਾ, ਤੇ ਉਹਨੂੰ ਚਪੇੜ ਮਾਰ ਕੇ ਕਹੋ ਵੀ ਮੈਂ ਤੇ ਮਾਰੀ ਨਹੀਂ, ਮੈਂ ਤੇ ਹਾਂ ਹੀ ਨਹੀਂ ਹਾਂ, ਤੇ ਤੂੰ ਕਿਉਂ ਦੁਖੀ ਹੋ ਰਿਹਾ? ਤੂੰ ਵੀ ਕਿਹੜਾ ਹੈਗਾ ਮੈਂ? ਤੂੰ ਵੀ ਤੇ ਮਾਇਆ ਹੈ ਨਾ, ਛਲ ਹੈ, ਭਰਮ ਹੈ। ਹੁਣ ਇਹੋ ਜਿਹੇ ਵਿਦਾਂਤੀ ਨੂੰ ਕਹੋ ਵੀ ਲੈ ਪ੍ਰਸ਼ਾਦਾ ਛਕ ਲੈ, ਉਹ ਰੋਟੀ ਖਾਏਗਾ, ਉਹਨੂੰ ਕਹੋ ਵੀ ਨਾਲ ਥਾਲ ਵੀ ਖਾ ਲੈਣਾ। ਹੁਣ ਥਾਲ ਵੀ ਤੇ ਭੁਲੇਖਾ ਹੀ ਹੈ, ਉਹ ਕੋ ਛੱਡ ਦਿੱਤਾ। ਥਾਲ ਖਾਏਗਾ, ਦੰਦ ਟੁੱਟਣਗੇ, ਫਿਰ ਪਤਾ ਲੱਗੇਗਾ ਵੀ ਦਾ ਥਾਲ ਹੈਗਾ। ਬਾਹਰ ਜਾਣ ਲੱਗੇ ਉਹਨੂੰ ਕਹੋ ਵੀ ਇਹ ਦਰਵਾਜ਼ੇ ਚੋਂ, ਦੀਵਾਰ ਚੋਂ ਜਾ ਨਾ, ਦੀਵਾਰ ਕਿਹੜਾ ਹੈਗੀ ਹੈ? ਜਦੋਂ ਠਾ ਕਰਕੇ ਮੱਥਾ ਵੱਜਿਆ ਫਿਰ ਪਤਾ ਲੱਗਿਆ ਕਿ ਦੀਵਾਰ ਹੈਗੀ ਹੈ। ਵਿਦਾਂਤ ਕਹਿੰਦਾ ਸਭ ਕੁਝ ਭੁਲੇਖਾ ਹੈ। ਗੁਰਮਤਿ ਕੀ ਕਹਿੰਦੀ ਹੈ? ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ। ਜੇ ਸੱਚੇ ਨੇ ਬਣਾਇਆ ਫਿਰ ਝੂਠ ਥੋੜੀ ਹੋ ਸਕਦਾ ਹੈ, ਫਿਰ ਤੇ ਸੱਚਾ ਹੀ ਹੋਏਗਾ ਨਾ।
फिर वो सच्चा ही है, क्योंकि सच्चे तेरे खंड, सच्चे ने बनाया सच्चा है। हाँ ये गल वखरी कि अज है कल नहीं रहेगा, नाशवान है। कूड़ राजा कूड़ प्रजा कूड़ सब संसार, कूड़ मैंने नाशवान, व्यर्थ। कूड़ा किनू कहते हैं? ਅਸੀਂ घर की सफाई करते हैं भी कूड़ा है, मैंने व्यर्थ है, इनू ਅਸੀਂ शो के साम के नहीं रखना, इनू बाहर सुट देना है। संसार कूड़ा है, नाशवान है, पर ये याद रखियो कदों है नाशवान? आखिरी तुक च उसदा बकायदा जिक्र किया है, नानक सच्चे नाम बिन उदबाज कूड़ो कूड़। जे नाम नहीं ना साड़ी जिंदगी च, नाम तो बिना एक घर बार महल कोठियां कारा कूड़ियां ने साडे लिए, व्यर्थ ने, फिर कोई फायदा नहीं इन्हां दा। नानक सच्चे नाम बिन क्या ਅਸੀਂ ਜਦੋਂ ਪੜ੍ਹਦੇ ਆ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਇਸ ਨਾਲ ਕੀਤੇ ਦੋਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਤੇਰੇ ਤੋਂ ਬਿਨਾ ਕੂੜ ਹੈ ਜਦੋਂ ਤੂੰ ਵਿੱਚ ਨਹੀਂ ਹੈਗਾ, ਜਦੋਂ ਜ਼ਿੰਦਗੀ 'ਚ ਤੇਰਾ ਨਾਮ ਨਹੀਂ, ਤੇਰੀ ਯਾਦ ਨਹੀਂ, ਮੇਰੇ ਲਈ ਦੁਨੀਆ ਦੇ ਸੁੱਖ ਝੂਠੇ ਨੇ, ਕੂੜੇ ਨੇ। ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ। ਤੇ ਜਿੱਦਣ ਤੂੰ ਆ ਜਾਵੇਂ, जिदन तेरा आ जाए, फिर सच्चे तेरे खंड, सच्चे ब्रह्मांड, सच्चे तेरे लोग, सच्चे आकार, फिर सब कुछ सच्चा ही है। ताई गुरु तेग बहादुर साहब जी ने कह दिता, साधो ये तन मिथ्या जानो, शरीर मिथ्या है, पर मिथ्या समझ के इनू कष्ट ना दियो, इनू दुख ना दियो। या भीतर जो राम बसत है सचो ताहे पछानो, जिहड़ा इहदे अंदर राम बसदा है ना, उहनू पछाण लो। ते जिदन ओह पछाण लोगे ना, घर भावें छोटा होवे, कखां दी कुली होवे, पर जिथे मित्र रहिंदा होवे ना, वो घर भी सानू वधिया लगदा है भी इत्थे मेरा मित्र रहिंदा है। जिद्दण आ मिथ्या शरीर दे विचों साचो राम नूं पछाण लवांगे, फिर असीं इहनूं माड़ा नहीं कवांगे, असीं कवांगे सोने दा महल है, सोने दा किला है, इहदे च मेरा रब रहिंदा है। कंचन काया कोट गढ़ विच हर हर सिद्धा, मैं हरि नूं सिद्ध कर लिया, अंदर प्राप्त कर लिया। ये कंचन काया कोट गढ़ है। जोग मत वेदांत मत विच ते गुरमत विच फर्क है। वेदांत दुनिया नूं समझदे ही नहीं कुछ, छलावा परम, पर गुरमत कहती है दुनिया है, तू चंगे काम करके इस जीवन नूं सफल कर ले। संसार है ये जिहड़े 6 शास्त्र ने, वैशेषिक कणाद मुनि दा, न्याय शास्त्र गौतम ऋषि दा है, सांख कपिल मुनि दा है, योग पतंजलि। योग दा भी देख लो, गुरु नानक पातशाह ने 3 बार जिंदगी च जोगियां दी दौड़ां लवाईयां, 3 बार। पर अज की होया, मैं कई बार जो सिद्ध गोष्ठ की विचार जो की उदों मैं बड़े विस्तार दे नाल इहदे बारे विचार की कि 3 बार जोगियां दियां दौड़ां लवाईयां। एक बार गोरख मते जो गुरु नानक पातशाह की विचार हुई सी, उदों उन्होंने हार मननी पई, ते वो पूरे शहर का नाम ही गोरख मते तो नानक मता बन गया, यूपी दे विच। दूजी बार जो गुरु नानक पातशाह सुमेर पर्वत ते गए, उन्हां नाल विचार हुई, आखिर उन्होंने भी हाथ जोड़ने पै गए, उन्होंने भी कहना पै गया भी शब्द जित्ती सिद्ध मंडली कीतो सपरा पंथ निराला। तीजी बार गुरदासपुर बटाले दे विच अचल माता दा मंदिर है, उत्थे अचल दे मंदिर दे विच जाके जदों शिवरात्रि दे मेले ते गुरु नानक पातशाह दी गोष्ट हुई जोगियां नाल, उन्होंने भी हाथ जोड़ के कहना पै गया कि सतगुरु पातशाह तुसीं धन हो, असीं तुहाडे सामने कुछ नहीं हाँ। जिण मेला शिवरात दा खट दर्शन आदेश कराई, सिद्ध बोलन शुभ बचन, धन नानक तेरी बड़ी कमाई। उन्होंने कहना पिया सी है। हुण 3 बार जोगियां दी दौड़ां लवाईयां, डेरियां विचों कढ के लोगों को गुरुद्वारियां नाल जोड़िया। अज बदकिस्मती यह है, अज सिख गुरुद्वारियां चों निकल के फिर डेरियां नाल जुड़ रहे हैं। अज जोगमत गुरुद्वारे विच आ रहा है। गुरुद्वारे जिथे जाना वा, खास करके बाहरले देशों जिथे योगा क्लास लगनी है, की करना है, 7-8 ठां करने ने, होर की करना जी, आ करना है, वो करना है। इन्ना कुछ योगा के नां ते अज हो रहा हैगा वै, जिहड़ा कई बारी शरीरक तल तो भी जिहड़ा नुकसानदेह है। आप जी नूं हैरानी होएगी, शरीरक तल तो भी। मैं तुहानूं कुछ गुरबाणी दीआं तुकां पंक्तियां दिना वा। जिवें ओह चौंकड़ा मार के बैठा जोगी, वो कहना मेरा पद्म आसन है। सतगुरु पातशाह कहणगे पद्म आसन नहीं है तेरा, पद्म कहंदे ने कमल दे फुੱਲ नूं। जो हवा चलती उत्ते झूमदा, बड़ी खुशी च खुश हुंदा, झूलदा वै। ते तेरा जिहड़ा यह समाधि है, तू पत्थरासन बनिया होया, तू जड़ आसन बनिया, तू तो पत्थर हो गया, तेरे च खुशी है ही नहीं, झूमदा ही नहीं है। इस करके इनू तू जड़ासन कह लै, पटकासन कह लै, तेनू पत्थरासन कह लै। ते शरीर नूं ते तू पत्थर बना लिया, मन तेरा भटकदा फिरदा, कदी इधर कदी उधर कदी इधर। चल चित जोगी आसन तेरा,
हे जोगी तेरा आसन चल चित है, पद्मासन नहीं है। शरीर तेरा पत्थर वांगू हो गया, मन दौड़िया फिरदा, चल चित जोगी आसन तेरा, सिंगी वाजै नित उदासेरा। बाहरों लिखाण लई सिंगी बजा रहे हैं, अंदरों तेरा मन उदास है, भटकिया होया है। दूजी गल, साइंटिफिकली भी इन्हां च कुछ दोष ने, जिवें अनुलोम विलोम योग मत दे विच एक नक नाल साह लो, दूजे चो कड्डो, दूजे नाल लो, इधरों कड्डो। हुण की हैगा वै, इस नक दे अंदरों अगे जाके सुराख इक्को ही बन जांदा वै, इहदे विच अगे जाके सुराख एक ही रह जांदा है, दो नहीं रहिंदे हैगे। इस करके बाहर दे सिर्फ अडंबर हैगे ने। तीजी गल, शीर्ष आसन, सिर थल्ले लत्तां उपर, ते गुरु साहब नूं कहना पै गया भी तू ते रब दे भी खिलाफ हो गया, तू ते रब दे भी आपोजिट हो गया। क्यों? क्योंकि रब ने ते पैर जमीन नाल लाए सीगे, सिर उच्चा रखिया सीगा, चरण चलन को, सिर किनो मेरा, मेर मैंने उच्चा, पैर तुरन वास्ते सिर उच्चा रखिया सी, तू सिर थल्ले कर लिया, लत्तां उत्तियां कर लिया, तू ते रब तो भी उल्ट हो गया। की बनेगा तेरा? और सिर दे विच दिमाग विच बड़े कोमल तंतु हुंदे ने, जे ब्लड का प्रैशर एकदम सिर च आ जाए तो कोमल तंतुओं को नुकसान भी पहुंच सकता है। मैडिकली भी जिहड़ा शीर्ष आसन जिहड़ा वो ठीक नहीं हैगा। ਇਹਦੇ ਤੋਂ ਇਲਾਵਾ योग बखाए रोग ते जिन्नियां दवाइयां योगी बेच रहे ने, उन्हें कोई भी नहीं बेच रहा हैगा, योगी दवाइयां भी बेच रहे ने। ਇਹਦੇ ਤੋਂ ਇਲਾਵਾ योग मत ਦੇ ਵਿੱਚ बहुत सारिया ऐसिया चीज़ां ने ਜਿਹੜੀਆਂ ਸਾਹ ਵਾਲੀਆਂ भी ला लो, जिन्होंने दिल की बीमारी हैगी है, टीबी दी है, लंबे लंबे साह लैन लग जाए, लंबी लंबी कसरत करन लग जाए, तो हो सकता है वो मरनों मसां बचे। क्योंकि साइंटिफिकली मैडिकली भी जिहड़ा योग मत दी कसरतां जिहड़ियां ने वो प्रूव नहीं हैगियां। साह तां ठां करने ते गुरमत विच है ही नहीं। हुण तुहाडे सारिਆਂ च रब है, इस गल नूं सीखण वास्ते मैनूं साह तां ठां करन दी की लोड़ है? गल ते समझण दी भी तुहाडे च रब है। जिदन समझ जावांगा मैं तुहाडे सामने झूठ नहीं बोलांगा, मैं तुहाडी जेब नहीं कटांगा, मैं तुहाडा नुकसान नहीं करा, तुहाडे च रब है। गल समझनी सी, इस गल नूं समझण लई मैनूं साह तां ठां करन दी लोड़ की है। ਹੁਣ ਕੀ ਕੀਤਾ, ਉਹੀ जोग मत वाला ਉਹ ਇੱਕ ਸ਼ਬਦ ਰਟਦੇ ਸੀ, ਲੱਖ 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 ਲੱਖ, ਅਸੀਂ ਵੀ ਇੱਕ ਸ਼ਬਦ ਰਟਣਾ ਸ਼ੁਰੂ ਕਰ ਦਿੱਤਾ, ਵਾਹੇ ਨੂੰ ਅੰਦਰ ਕਰੋ, ਗੁਰੂ ਨੂੰ ਬਾਹਰ ਕੱਢ ਦੋ, ਵਾਹੇ ਨੂੰ ਅੰਦਰ ਕਰੋ, ਗੁਰੂ ਨੂੰ ਬਾਹਰ ਕੱਢ ਦੋ, ਅਨੋਮ ਵਿਲੋਮ ਕਰੋ, ਅਗਮ ਨਿਗਮ ਕਿਆ ਬਾਤਾਂ ਕਹੋ, ਆਲਤੀ ਪਾਲਤੀ ਆਸਨ ਲਾਓ। ਐਸੇ ਐਸੇ ਸ਼ਬਦ ਵਰਤੇ ਜਾਂਦੇ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ ਹਨ, ਪਤਾ ਨਹੀਂ ਕਿੱਥੋਂ ਲੈ ਕੇ ਆ ਜਾਂਦੇ ਨੇ। ਗੁਰਮਤਿ ਨੇ ਬਿਲਕੁਲ ਸਿੱਧਾ ਸਪਸ਼ਟ ਸਿਧਾਂਤ ਦਿੱਤਾ ਹੈ, ਸਾਹ ਸਾਹ ਸਿਮਰੋ ਗੋਬਿੰਦ। ਹਰੇਕ ਸਾਹ ਰੱਬ ਦੀ ਯਾਦ ਵਿੱਚ, ਰੱਬ ਦੀ ਯਾਦ ਵਿੱਚ जुड़े रहो। योग मत नूं गुरमत ने किते भी थां नहीं दित्ती हैगी। जोगियां दीयां दौड़ां लवाइयां, ये कह दित्ता जोगियां नूं ते जीउण दी अकल नहीं हैगी। जोगी ज्ञान भी होने आ, निस्तिन अंग लगाए छारा, गृहस्थी नहा के सोहणे कपड़े पांदे ने, नहा के मिट्टी मल लैंदा है। इस करके जोगी जुगत ना जाने अंध, तिन्ने उजाड़ेगा बंद, इन्हूं जुगत ही नहीं जीउण दी। बदकिस्मती असीं गुरमत नूं गुरुद्वारिਆਂ चों बाहर कढ दित्ता, योग मत नूं असीं गुरुद्वारिਆਂ विच खिच के ले आंदा। ਸਾਡੇ ਲਈ ਸਰੀਰਕ ਕਸਰਤਾਂ ਆ ਨਹੀਂ ਸੀ ਸਾਹ ਤਾਂ ਠਾਂ ਕਰਨੇ, ਗੁਰੰਗਤ ਦੇ ਪਾਤਸ਼ਾਹ ਦੇ ਸਵਈਏ ਵਿਚਾਰ ਕੇ ਹਟੇ ਆ। ਸਾਨੂੰ ਗੁਰੰਗਤ ਦੇ ਪਾਤਸ਼ਾਹ ਤਰਤੀਬ ਦੇ ਗਏ ਨੇ, ਜੇ ਸਰੀਰ ਨੂੰ ਤੰਦਰੁਸਤ ਰੱਖਣਾ, ਕੁਸ਼ਤੀਆਂ, ਢੋਲ, ਮੱਲ ਅਖਾੜੇ, ਘੋੜ ਸਵਾਰੀ, ਆਹ ਚੀਜ਼ਾਂ ਕਰੋ, ਇਹ ਸਾਰਾ ਕੁਝ ਕਰਨਾ ਹੈਗਾ। ਖੈਰ ਸਮਾਂ ਹੋ ਗਿਆ ਜੀ, ਤੇ ਇਸ ਕਰਕੇ ਸਰੀਰਕ ਤੌਰ ਤੇ ਅਸੀਂ ਕਸਰਤਾਂ ਕਰਨੀਆਂ ਨੇ, ਢੋਲ ਕੁਸ਼ਤੀਆਂ ਸਾਡੇ ਜਿਹੜੇ ਪਰੰਪਰਾਗਤ ਖੇਡਾਂ ਹੈਗੀਆਂ ਨੇ ਉਹ ਕਰਨੀਆਂ ਨੇ, ਘੋੜ ਸਵਾਰੀਆਂ, ਸਾਰਾ ਕੁਝ ਸਿੱਖ ਨੂੰ ਆਉਣਾ ਚਾਹੀਦਾ ਹੈ। ਸਰੀਰਕ ਤੌਰ ਤੇ ਬਲਵਾਨ ਤੇ ਤੰਦਰੁਸਤ ਰਵੇ। ਅਸੀਂ ਗੁਰਮਤ ਦੇ ਧਾਰਨੀ ਹੋਣਾ, ਜੋ ਗੁਰੂ ਸਾਹਿਬ ਨੇ ਮਾਰਗ ਪੂਰਨੇ ਪਾਏ ਨੇ, ਮੱਲ ਅਖਾੜੇ ਇਹ ਆਦਿਕ, ਅਸੀਂ ਉਹਨਾਂ ਮੁਤਾਬਕ ਆਪਣੇ ਸਰੀਰ ਦੀ ਸੰਭਾਲ ਕਰਨੀ ਹੈਗੀ ਹੈ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।